सत श्री अकाल जी। स्वागत है तुहाडा साडे प्लेटफॉर्म मास्टर क्लासिस पटियाला ते। जिवें कि तुसीं थंबनेल ते देख ही लिया कि इस वीडियो च ना असी दो तीन चीज़ां डिस्कस करनियां। वैसे मैं दसदा वीडियो स्टार्ट करन तो पहलां कि वीडियो 30 तो 35 मिनट की हो सकती है प्रॉबेबल, क्योंकि कोई आइडिया नहीं, पर मैं स्टैप बाय स्टैप दसदा कि इस वीडियो च स्टार्टिंग तो लैके लास्ट तक मैं की डिस्कस करना। सब तो पहला स्टैप तो मैं डिस्कस करूँगा कि 2023 का प्री ਜਿਹੜਾ 2023 ਦੇ ਵਿੱਚ ਪ੍ਰੀ ਦੇ ਹੋਣ ਦੀ ਕਿੰਨੀ ਕੁ ਉਮੀਦ ਆ। ਜੇ 2023 ਦੇ ਵਿੱਚ ਪੰਜਾਬ PCS ਆਉਂਦਾ ਹੈ ਪ੍ਰੀ ਮੇਨਸ ਜੋ ਵੀ ਆ, ਤਾਂ ਉਹ ਕਿਹੜੀਆਂ ਕੰਡੀਸ਼ਨਸ ਨਾਲ ਆ ਸਕਦਾ ਹੈ, ਜੋ ਸੰਭਾਵਨਾ ਜਤਾਈ ਜਾ ਰਹੀ ਹੈ। ਠੀਕ ਆ, ਕਿਉਂਕਿ ਅਸੀਂ ਕਦੇ ਵੀ ਇੰਟਰਨਲ ਸੋਰਸਿਸ ਤੋਂ ਗੱਲ ਪਤਾ ਲੱਗਣ ਦਾ ਦਾਅਵਾ ਨਹੀਂ ਕਰਦੇ, ਕਿਉਂਕਿ ਇਸ ਤਰੀਕੇ ਦੀਆਂ ਚੀਜ਼ਾਂ ਵੈਸੇ ਵੀ ਅਨੈਤਿਕ ਹੁੰਦੀਆਂ। ਤਾਂ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਚਾਹੇ ਕਿਸੇ ਵੀ ਤਰੀਕੇ ਨਾਲ ਸਾਡੇ ਤੱਕ ਗੱਲ ਸਮਝ ਆਈ ਹੋਵੇ ਸਾਡੇ 'ਚ, ਤਾਂ ਅਸੀਂ ਉਹ ਇਨਫੋਰਮੇਸ਼ਨ ਜਿਹੜੀ ਹੈ ਜੇ ਉਹ ਓਥੈਂਟਿਕ ਆ ਤੇ ਅਸੀਂ ਅਗਲੇ ਬੱਚੇ ਤੱਕ ਪਹੁੰਚਾਈਏ। ਇਸ ਤੋਂ ਬਾਅਦ ਤੀਸਰੇ ਨੰਬਰ 'ਤੇ ਅਸੀਂ ਇਹ ਡਿਸਕਸ ਕਰਾਂਗੇ ਕਿ ਮਾਸਟਰ ਕਲਾਸਿਸ ਪਟਿਆਲਾ ਵੱਲੋਂ PCS ਦੀ ਜਿਹੜੀ ਤਿਆਰੀ ਆ ਉਹ ਕਿਸ ਤਰੀਕੇ ਨਾਲ ਕਰਾਈ ਜਾਊਗੀ। ਅਸੀਂ ਇੱਕ ਬਾਈਲੈਂਗੁਅਲ ਕੋਰਸ ਜਿਹੜਾ ਇਹ 15 ਜੁਲਾਈ ਤੋਂ ਸ਼ੁਰੂ ਕਰ ਰਹੇ ਹਾਂ। ਉਸ ਬਾਈਲਿੰਗੁਅਲ ਦਾ ਮਤਲਬ ਆ ਇੰਗਲਿਸ਼ ਐਜ਼ ਵੈਲ ਐਜ਼ ਪੰਜਾਬੀ। ਤੁਸੀਂ ਸਾਡੀਆਂ ਮੈਰਾਥਨਸ ਦੀਆਂ ਵੀਡੀਓ 'ਚ ਸਾਡੀ ਸਬਜੈਕਟਾਂ ਪ੍ਰਤੀ ਸਮਝ ਦੇਖ ਹੀ ਚੁੱਕੇ ਹੋਵੋਗੇ। ਕਿਸੇ ਨੂੰ ਉਹ ਬਹੁਤ ਵਧੀਆ ਲੱਗੀ ਹੋਊਗੀ, ਕਿਸੇ ਨੇ ਉਹ ਖਾਰਜ ਕੀਤੀ ਹੋਊਗੀ। ਜਿਨ੍ਹਾਂ ਨੇ ਖਾਰਜ ਕੀਤੀ ਆ ਉਹਨਾਂ ਦਾ ਵੀ ਓਨਾ ਹੀ ਵੈਲਕਮ, ਪਰ ਜਿਨ੍ਹਾਂ ਨੇ ਐਪਰੀਸ਼ੀਏਟ ਕੀਤਾ ਉਹਨਾਂ ਨੂੰ ਸਾਡੀ ਸਬਜੈਕਟਾਂ ਦੀ ਸਮਝ ਦਾ ਤਾਂ ਆਈਡੀਆ ਹੋ ਗਿਆ ਹੋਊਗਾ। ਅਸੀਂ ਇਹ ਸਪਸ਼ਟ ਕਰ ਦਈਏ ਕਿ ਜਿਹੜੇ ਐਸਪੀਰੈਂਟਸ ਸਾਡੇ ਕੋਲ ਪੰਜਾਬੀ ਮੀਡੀਅਮ ਦੀ ਉਮੀਦ ਲੈ ਕੇ ਆਉਣਗੇ ਨਾ, ਉਹ ਸਾਫ਼ ਦੱਸਦਾ ਮੈਂ ਉਹਨਾਂ ਨੂੰ ਕਿ ਉਹ ਪੰਜਾਬੀ ਮੀਡੀਅਮ ਜੈਨੂਅਨ ਪੰਜਾਬੀ ਮੀਡੀਅਮ ਹੋਊਗਾ। ਉਹਨਾਂ ਨੂੰ ਇਨਵਾਇਰਮੈਂਟ, ਫਿਜ਼ੀਕਲ, ਜੋਗਰਾਫੀ, ਸਾਇੰਸ ਟੈਕ ਵਰਗੇ ਸਬਜੈਕਟ ਪੰਜਾਬੀ ਮੀਡੀਅਮ 'ਚ ਕਰਾਏ ਜਾਣਗੇ। ਜਿਹੜੇ ਲੋਕ ਕਹਿੰਦੇ ਆ ਨਾ ਕਿ ਪੰਜਾਬੀ ਮੀਡੀਅਮ ਦੇ ਵਿੱਚ ਨੰਬਰ ਘੱਟ ਆਉਂਦੇ ਆ ਸਾਡੇ, ਮੈਂ ਉਹਨਾਂ ਬੱਚਿਆਂ ਨੇ ਮੈਨੂੰ ਕਈਆਂ ਨੇ ਆਨਸਰ ਲਿਖ ਕੇ ਭੇਜੇ, ਉਹਨਾਂ ਨੂੰ ਪੰਜਾਬੀ ਆਉਂਦੀ ਨਹੀਂ। ਈਕੋਸਿਸਟਮ, ਇਕੋਲੋਜੀ, ਮੋਨੇਟਾਈਜੇਸ਼ਨ, ਫਿਸਕਲ ਡੈਫੀਸਿਟ, ਠੀਕ ਆ, ਐਂਡ ਪੋਲਰ ਸੈਟੇਲਾਈਟਸ, ਇਹ ਕੁਛ ਸ਼ਬਦ ਨੇ ਜਿਨ੍ਹਾਂ ਨੂੰ ਪੰਜਾਬੀ 'ਚ ਅਨੁਵਾਦ ਕਰਨਾ ਨਹੀਂ ਬੱਚਿਆਂ ਨੂੰ ਆਉਂਦਾ। ਫਿਰ ਕਹਿੰਦੇ ਆ ਕਿ ਅਸੀਂ PCS ਪੰਜਾਬੀ 'ਚ ਦਿੱਤਾ ਸੀ, ਸਾਡੇ ਨੰਬਰ ਨਹੀਂ ਦਿੱਤੇ। ਪੰਜਾਬੀ 'ਚ ਤੁਸੀਂ ਇਸ ਕਰਕੇ ਦਿੱਤਾ ਸੀ ਕਿ ਤੁਹਾਨੂੰ ਪੰਜਾਬੀ ਬਹੁਤ ਆਉਂਦੀ ਹੈ, ਤੁਸੀਂ ਇਸ ਕਰਕੇ ਪੰਜਾਬੀ 'ਚ ਦਿੱਤਾ ਸੀ ਕਿ ਤੁਹਾਨੂੰ ਇੰਗਲਿਸ਼ ਨਹੀਂ ਆਉਂਦੀ। ਇਹ ਕਿਹੜਾ ਰੂਲ ਹੋ ਗਿਆ ਦੁਨੀਆ ਦਾ ਕਿ ਤੁਹਾਨੂੰ ਫਲਾਣੀ ਭਾਸ਼ਾ ਨਹੀਂ ਆਉਂਦੀ, ਇਸ ਕਰਕੇ ਤੁਸੀਂ ਦੂਸਰੀ ਭਾਸ਼ਾ 'ਚ ਪੇਪਰ ਦੇ ਦਿਓ ਅਤੇ ਤੁਹਾਨੂੰ ਕਹਿ ਦਿਓ ਕਿ ਇਸ ਭਾਸ਼ਾ 'ਚ ਲੋਕ ਤੁਹਾਨੂੰ ਨੰਬਰ ਹੀ ਨਹੀਂ ਦੇ ਰਹੇ। ਉਸ ਤੋਂ ਉੱਪਰ ਜਿਹੜੇ ਤੁਹਾਨੂੰ ਪੰਜਾਬੀ ਮੀਡੀਅਮ ਦੇ ਨਾਂ 'ਤੇ ਪੜ੍ਹਾਉਂਦੇ ਆ, ਉਹ ਜਿਸ ਤਰੀਕੇ ਦੀ ਟਰਾਂਸਲੇਸ਼ਨ ਵਰਤਦੇ ਆ ਅਤੇ ਉੱਪਰੋਂ ਜਿਸ ਤਰੀਕੇ ਨਾਲ ਤੁਹਾਨੂੰ ਕਹਿ ਦਿੰਦੇ ਆ ਕਿ ਆਹ ਆਪਣੇ ਆਪ ਪੜ੍ਹਿਓ। 1 ਜੁਲਾਈ ਤੋਂ YouTube 'ਤੇ ਸਾਡੇ ਐਡੀਟੋਰੀਅਲਸ ਦ ਹਿੰਦੂ, ਇੰਡੀਅਨ ਐਕਸਪ੍ਰੈਸ ਦੇ ਸ਼ੁਰੂ ਹੋਣਗੇ। ਰੀਝ ਨਾਲ ਤਸੱਲੀ ਕਰਨ ਤੋਂ ਬਾਅਦ ਤੁਸੀਂ ਸਾਡੇ ਨਾਲ ਜੁੜਿਓ, ਬਿਕੋਜ਼ ਇੰਗਲਿਸ਼ ਮੀਨਸ ਇੰਗਲਿਸ਼ ਅਤੇ ਪੰਜਾਬੀ ਮੀਨਸ ਪੰਜਾਬੀ। ਅਸੀਂ ਇੰਗਲਿਸ਼ ਐਂਡ ਪੰਜਾਬੀ 'ਚ ਤਿਆਰੀ ਕਰਾਵਾਂਗੇ, ਅਸੀਂ ਪਿੰਗਲਿਸ਼ 'ਚ ਤਿਆਰੀ ਨਹੀਂ ਕਰਾਵਾਂਗੇ। ਮੀਨਸ ਕਿ 10 ਸ਼ਬਦ ਦਾ ਇੱਕ ਪੈਰਾ ਸਮਝਾਇਆ, ਉਹ 'ਚ ਅੱਧੀ ਇੰਗਲਿਸ਼ 'ਚ ਸਮਝਾਤਾ, ਅੱਧਾ ਪੰਜਾਬੀ 'ਚ ਸਮਝਾਤਾ। ਸਪਸ਼ਟਤਾ ਹੋਊਗੀ ਸਾਡੀ ਕਿਸੇ ਗੱਲ ਨੂੰ ਕਲੀਅਰ ਕਰਨ 'ਚ। ਬੋਲਦੇ ਹੋਏ ਕਈ ਵਾਰੀ ਕਿਸੇ ਪੰਜਾਬੀ ਦੀ ਵਰਡ ਦੀ ਵਕੈਬਲਰੀ ਦਿਮਾਗ 'ਚੋਂ ਸਕਿੱਪ ਹੋ ਜਾਂਦੀ ਹੈ, ਪਰ ਐਟ ਦੀ ਐਂਡ ਜਿਹੜਾ ਬੰਦਾ ਤੁਹਾਨੂੰ ਪੜ੍ਹਾ ਰਿਹਾ ਉਹਦੇ ਦਿਮਾਗ 'ਚੋਂ ਸਕਿੱਪ ਹੋ ਸਕਦੀ ਹੈ, ਪਰ ਬਾਅਦ 'ਚ ਜਦੋਂ ਸਟੂਡੈਂਟ ਪੁੱਛੇ ਤਾਂ ਤੁਹਾਨੂੰ ਪਤਾ ਤਾਂ ਹੋਣਾ ਚਾਹੀਦਾ ਹੈ ਨਾ। ਸੋ ਅਸਲ ਦੇ ਵਿੱਚ ਸਿਰਫ ਪੋਲਿਟੀ, ਹਿਸਟਰੀ ਹੀ ਪੰਜਾਬੀ ਮੀਡੀਅਮ 'ਚ ਨਹੀਂ, ਸਾਇੰਸ ਟੈਕ ਵਰਗੇ ਜਾਂ ਤੁਸੀਂ ਕਹਿ ਲਓ ਇਕੋਨਮੀ ਵਰਗੇ, ਇਨਵਾਇਰਮੈਂਟ ਵਰਗੇ ਵਿਸ਼ੇ ਜਿਹੜੇ ਆ ਉਹ ਵੀ ਅਸੀਂ ਪੰਜਾਬੀ 'ਚ ਉਸੇ ਪੱਧਰ 'ਤੇ ਹੀ ਕਰਾਂਗੇ। ਇਹ ਨਹੀਂ ਹੋਵੇਗਾ ਕਿ ਤੁਹਾਨੂੰ ਨੋਨ ਕੋਆਪਰੇਸ਼ਨ ਵਰਗੇ ਸ਼ਬਦ ਤਾਂ ਦੱਸਦੇ ਅਤੇ ਜਦੋਂ ਡਾਕਟਰਾਈਨ ਆਫ ਲੈਪਸ ਦੀ ਗੱਲ ਆਈ ਜਾਂ ਡੋਮੇਨੀਅਨ ਸਟੇਟਸ ਦੀ ਗੱਲ ਆਈ ਉਦੋਂ ਅਸੀਂ ਉਲਝ ਗਏ। ਸਾਡੀ ਕੋਸ਼ਿਸ਼ ਆ ਕਿ ਪੰਜਾਬੀ ਮੀਡੀਅਮ 'ਚ ਪੇਪਰ ਕਰਨ ਵਾਲਾ ਬੰਦਾ ਸਾਡੇ ਕੋਲ ਤਿਆਰੀ ਕਰਕੇ ਗਿਆ ਅਤੇ ਉਹ ਐਟਲੀਸਟ ਆਪਣੇ ਪੰਜਾਬੀ ਮੀਡੀਅਮ 'ਚ ਸ਼ਰਮਿੰਦਾ ਨਾ ਹੋਵੇ। ਜਿਹੜੇ ਐਸਪੀਰੈਂਟਸ ਪਿਛਲੇ ਸਾਲ ਇਸੇ ਸਮੇਂ ਸਾਡੇ ਨਾਲ ਜੁੜੇ ਸੀ, ਉਹ ਉਹਨਾਂ ਹੀ ਸ਼ਰਤਾਂ 'ਤੇ ਐਜ਼ ਇਟ ਇਜ਼ ਬਿਨਾਂ ਕਿਸੇ ਫੀਸ ਦੇ, ਕੋਈ ਵੀ ਐਕਸਟਰਾ ਫੀਸ ਦਿੱਤੇ ਬਿਨਾਂ ਸਾਡੇ ਲਈ ਐਗਜ਼ੈਕਟ ਅਗਲੇ 1 ਸਾਲ ਵਾਸਤੇ ਇਨਰੋਲ ਹੋਣਗੇ ਅਤੇ ਉਹਨਾਂ ਦੀ ਤਿਆਰੀ ਜਿਹੜੀ ਆ ਕੰਟੀਨਿਊ ਕਰਾਈ ਜਾਊਗੀ। ਖੈਰ, ਤਾਂ ਕਿ ਕਿਸੇ ਦੀ ਵੀ ਪੜ੍ਹਾਈ ਦਾ ਅਤੇ ਕਿਸੇ ਦਾ ਫਾਈਨੈਂਸ਼ੀਅਲ ਲੋਸ ਬਿਲਕੁਲ ਵੀ ਨਾ ਹੋਵੇ, ਇਹ ਸਾਫ਼ ਅਤੇ ਸਪਸ਼ਟ ਆ। ਖੈਰ, ਆ ਜਾਓ ਹੁਣ ਅੱਗੇ। ਹੁਣ ਮੈਂ ਦੱਸਣ ਲੱਗਾ ਕਿ ਪੰਜਾਬ PCS 2023 ਜਿਹੜਾ ਹੈ, ਉਹਦਾ ਪਹਿਲਾ ਸਵਾਲ ਦਾ ਜਵਾਬ ਇਹੀ ਹੈ ਕਿ PCS 2023 ਦੇ ਆਉਣ ਦੀ ਸੰਭਾਵਨਾ ਕਿੰਨੀ ਕੁ। ਦੇਖੋ, ਜਿੱਥੋਂ ਕੁ ਤੱਕ ਸਮਝ ਬਣ ਰਹੀ ਆ ਜਾਂ ਜਿੱਥੋਂ ਕੁ ਤੱਕ ਵਾਰ-ਵਾਰ ਜਿਹੜੇ ਬਹੁਤ ਐਸਪੀਰੈਂਟਸ ਉਤੇਜਿਤ ਨੇ ਪੇਪਰ ਦੇਣ ਨੂੰ ਲੈ ਕੇ, ਉਹ ਜਦੋਂ ਵਾਰ-ਵਾਰ ਸਰਕਾਰ ਦੇ ਨਾਲ ਮੀਟਿੰਗਸ ਕਰ ਰਹੇ ਆ ਅਤੇ ਉੱਪਰੋਂ ਕਮਿਸ਼ਨ ਜਾਂ DOPT ਡਿਪਾਰਟਮੈਂਟ ਆਫ ਪਰਸੋਨਲ ਉਹਨਾਂ ਦੇ ਨਾਲ ਜਿਸ ਤਰੀਕੇ ਨਾਲ ਗੱਲਬਾਤ 'ਚ ਹੈਗਾ ਹੈ,
ਤੇ ਜਿਸ ਤਰੀਕੇ ਨਾਲ ਇਸ ਵਾਰ ਦੀ ਸਰਕਾਰ ਇਸ ਪੇਪਰ ਨੂੰ ਕੱਲਾ ਟਰਾਂਸਪੇਰੈਂਟ ਨਹੀਂ, ਟਰਾਂਸਪੇਰੈਂਟ ਤਾਂ ਪੁਰਾਣੀਆਂ ਸਰਕਾਰਾਂ ਵੇਲੇ ਵੀ ਬਹੁਤ ਹੱਦ ਤੱਕ ਇਹ ਪੇਪਰ ਰਿਹਾ ਹੈ, ਬਹੁਤ ਹੱਦ ਤੱਕ ਮਤਲਬ ਵਧੀਆ ਲੈਵਲ ਤੱਕ। ਪਰ ਪਿਛਲੀਆਂ ਸਰਕਾਰਾਂ ਵੇਲੇ ਜੋ ਥੋੜ੍ਹੀ ਜਿਹੀ ਕਮੀ ਦੇਖਣ ਨੂੰ ਮਿਲੀ ਉਹ ਰੈਗੂਲੈਰਿਟੀ ਦੀ ਸੀਗੀ। ਇਸ ਸਰਕਾਰ ਨੂੰ ਬਣੀ ਨੂੰ ਵੀ ਕਾਫੀ ਟਾਈਮ ਹੋ ਗਿਆ ਤੇ ਅਜੇ ਤੱਕ PCS ਨਹੀਂ ਆਇਆ, ਬਟ ਸਮਝ ਇਹ ਬਣ ਰਹੀ ਆ, ਸੁਣਨ 'ਚ ਇਹ ਆ ਰਿਹਾ ਕਿ ਇਹ ਸਰਕਾਰ ਪੇਪਰ ਨੂੰ ਪ੍ਰੋਪਰ ਰੈਗੂਲਰ ਕਰਨ ਜਾ ਰਹੀ ਆ, ਚਾਹੇ ਉਹਨੂੰ ਸਾਲ ਦੇ ਜਾਂ 1.5 ਸਾਲ ਦੇ ਪੈਟਰਨ 'ਚ ਫਿੱਟ ਕਰੇ, ਪ੍ਰੋਪਰ ਸ਼ਡਿਊਲ ਦੇਣ ਜਾ ਰਹੀ ਆ। ਤੇ ਸਮਝ ਇਹ ਵੀ ਬਣ ਰਹੀ ਆ ਕਿ ਐਸਪੀਰੈਂਟਸ ਦੇ ਨਾਲ ਜੋ ਮੀਟਿੰਗਸ ਹੋ ਰਹੀਆਂ ਉੱਥੋਂ ਇੱਕ ਸਮਝ ਨਿਕਲ ਕੇ ਆ ਰਹੀ ਆ ਕਿ ਸ਼ਾਇਦ CSAT ਜਿਹੜਾ ਹੈ ਉਹ ਕੁਆਲੀਫਾਈਂਗ ਹੋ ਜੇ। ਬਹੁਤ ਹੱਦ ਤੱਕ ਇਹ ਗੱਲਾਂ ਕਲੀਅਰ ਹੋ ਰਹੀਆਂ। ਜੇ ਇਹ ਸਾਰੇ ਪੱਧਰ ਦੇ ਫੈਸਲੇ ਕਰਨੇ ਆ ਤਾਂ ਸ਼ਾਇਦ ਇਹ ਵੀ ਸਮਝਿਆ ਜਾ ਰਿਹਾ ਹੈ ਕਿ PCS ਬਹੁਤ ਜਲਦੀ ਆ ਜੇ, ਇਹਦੀ ਸੰਭਾਵਨਾ ਵੀ ਬਹੁਤ ਘੱਟ ਆ। ਦੇਖੋ ਇਹ ਨਹੀਂ ਕਹਿ ਰਿਹਾ ਕਿ ਮੈਂ ਜੁਲਾਈ 'ਚ ਨੋਟੀਫਿਕੇਸ਼ਨ ਨਹੀਂ ਆ ਸਕਦੀ, ਪਰ ਬਹੁਤ ਘੱਟ ਸੰਭਾਵਨਾ ਹੈ। ਤਾਂ ਤੁਸੀਂ ਮੰਨ ਕੇ ਚੱਲੋ ਕਿ ਫੈਬ ਮਾਰਚ ਤੱਕ ਜਾ ਕੇ ਤੁਹਾਡਾ ਪ੍ਰੀ ਹੋਣ ਦੀ ਸੰਭਾਵਨਾ ਹੈ, ਜੇ ਨੋਟੀਫਿਕੇਸ਼ਨ ਅਕਤੂਬਰ ਤੱਕ ਵੀ ਸ਼ਿਫਟ ਹੁੰਦੀ ਆ, ਅਕਤੂਬਰ, ਨਵੰਬਰ, ਦਸੰਬਰ ਤੱਕ। ਵੈਸੇ ਵੀ ਜਿਹੜੇ ਨੈਬ ਤਹਿਸੀਲਦਾਰ ਦਾ ਪੇਪਰ ਦੇ ਕੇ ਆਏ ਆ ਉਹਨਾਂ ਨੂੰ ਇਹ ਗੱਲ ਸਮਝ ਆ ਗਈ, ਚਾਹੇ ਉਹ ਮੇਰੇ ਸਟੂਡੈਂਟ ਹੀ ਆ ਜਿਨ੍ਹਾਂ ਨੇ 6-6, 7-7 ਮਹੀਨੇ ਪੜ੍ਹਿਆ ਸੀ, ਉਹਨਾਂ ਨੂੰ ਮੈਂ ਸਾਫ਼ ਕਹਿਤਾ ਕਿ ਜਿਹੜੀ ਗੱਲ ਤੁਸੀਂ ਅਕਸਰ ਮੈਨੂੰ ਕਹਿੰਦੇ ਹੁੰਦੇ ਸੀ ਕਿ ਸਰ ਪੋਲਿਟੀ ਦੇ 73 ਲੈਕਚਰ ਲਾਵਾਂਗੇ ਅਸੀਂ, ਅੱਜ ਉਹਨਾਂ ਨੂੰ ਉਹ ਗੱਲ ਸੱਚੀ ਸਾਬਤ ਹੋ ਗਈ ਹੈ ਕਿ ਪੋਲਿਟੀ ਵਾਕਈ ਡਿਟੇਲ 'ਚ ਪੜ੍ਹਨ ਵਾਲੀ ਆ। ਤੁਹਾਨੂੰ ਜੇ ਕਿਸੇ ਨੇ ਕਹਾਣੀਆਂ ਸੁਣਾ ਕੇ ਸਬਜੈਕਟ ਪੂਰੇ ਕਰਾਏ ਆ, ਉਹ PPSC ਹੁਣ ਉਸ ਚੀਜ਼ ਨੂੰ ਨਹੀਂ ਮੰਨਦੀ। ਡਿਟੇਲ 'ਚ ਪੜ੍ਹੋ, ਕਨਸੈਪਟ ਪੜ੍ਹਾਓ, ਠੀਕ ਆ। ਹਾਸੇ ਖੇਡੇ ਛੋਟੇ ਪੇਪਰਾਂ ਦੀਆਂ ਤਿਆਰੀਆਂ ਤੱਕ ਸੀਮਿਤ ਹੋ ਕੇ ਰਹਿ ਗਏ ਆ, ਹੁਣ ਉਹ ਵੀ ਹੌਲੀ ਹੌਲੀ ਖਤਮ ਹੋ ਜਾਣੇ ਆ, ਕਿਉਂਕਿ ਤੁਹਾਨੂੰ ਸ਼ਾਇਦ ਪਤਾ ਹੋਵੇ ਕਿ PPSC ਆਪਣੇ ਸਿਲੇਬਸ ਦੇ ਵਿੱਚ ਕੰਪਿਊਟਰ ਵੀ ਐਡ ਕਰ ਚੁੱਕੀ ਹੈ ਜੂਨ 2023 ਤੋਂ ਬਾਅਦ। ਸੋ ਕੁੱਲ ਮਿਲਾ ਕੇ ਸਾਨੂੰ ਸਮਝ ਬਣ ਗਈ ਕਿ PCS ਦੀ ਤਿਆਰੀ ਸ਼ੁਰੂ ਕਰੋ, ਸ਼ਾਇਦ ਜਲਦੀ ਨਾ ਆਵੇ, ਠੀਕ ਆ। ਇਹ ਇੱਕ ਸੰਭਾਵਨਾ ਹੈਗੀ ਆ। ਖੈਰ PCS ਨੂੰ ਲੈ ਕੇ ਇਸ ਤੋਂ ਅਗਲਾ ਪੁਆਇੰਟ ਕੀ ਆ, ਅਸੀਂ ਆਪਣੇ ਪਲੇਟਫਾਰਮ 'ਤੇ 1 ਜੁਲਾਈ ਤੋਂ ਔਨਲਾਈਨ ਤੇ ਆਫਲਾਈਨ ਤੇ 15 ਜੁਲਾਈ ਤੋਂ ਪ੍ਰੋਪਰ ਆਫਲਾਈਨ ਜਿਹੜਾ ਹੈ ਉਹ ਸ਼ੁਰੂ ਕਰਨ ਜਾ ਰਹੇ ਹਾਂ, ਠੀਕ ਆ। ਇਹਦੇ ਨਾਲ ਸਾਡੇ ਨੋਰਮਲ ਪੰਜਾਬ ਜੌਬਸ ਦਾ ਬੈਚ ਸਵੇਰ ਵੇਲੇ ਤੇ ਇਹ PCS ਦਾ ਬੈਚ ਸ਼ਾਮ ਵੇਲੇ ਚੱਲੂਗਾ। ਤੁਸੀਂ ਸਾਡੇ ਨਾਲ ਉਹਦੇ ਲਈ ਜੁੜ ਸਕਦੇ ਹੋ। ਹੁਣ ਅੱਗੇ ਬਿਲਕੁਲ ਵੀ ਸਭਾ ਨਾ ਖਰਾਬ ਕਰਦੇ ਹੋਏ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ PCS ਦਾ ਪੇਪਰ ਆ ਉਹ ਬੇਸਿਕਲੀ ਹੁੰਦਾ ਕਿਵੇਂ ਆ। PCS ਦੇ ਪ੍ਰੀ ਦਾ ਸਿਲੇਬਸ ਕੀ ਆ, ਮੇਨਸ ਦਾ ਸਿਲੇਬਸ ਕੀ ਆ, ਕਿਹੜੀਆਂ ਕਿਤਾਬਾਂ ਤੁਹਾਨੂੰ ਪੜ੍ਹਨੀਆਂ ਚਾਹੀਦੀਆਂ ਜੇ ਤੁਸੀਂ ਘਰੇ ਬਹਿ ਕੇ ਤਿਆਰੀ ਕਰਨੀ ਆ। ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਕਿ ਇੱਕ ਕਿਸੇ ਵੀ ਵਾਰ ਪੇਪਰ ਆ ਗਿਆ ਤਾਂ 3 ਸਟੇਜਾਂ ਹੋਣਗੀਆਂ, ਪ੍ਰੀਲਿਮਸ, ਮੇਨਸ ਤੇ ਇੰਟਰਵਿਊ। ਪ੍ਰੀਲਿਮਸ ਜਸਟ ਇੱਕ ਕੁਆਲੀਫਾਈਂਗ ਸਟੇਜ ਆ। ਜਦੋਂ ਤੁਸੀਂ ਪ੍ਰੀ ਦੇ ਵਿੱਚ ਟੌਪਰ ਬਣ ਜਾਓ, ਚਾਹੇ ਤੁਸੀਂ ਮਸਾਂ ਪਾਸ ਹੋਵੋ, ਉਹਦੇ ਨੰਬਰਾਂ ਦੀ ਕੋਈ ਵੈਲਿਊ ਨਹੀਂ ਅੱਗੇ ਜਾ ਕੇ। ਪਰ ਜੋ ਪ੍ਰੀਲਿਮਸ ਦੀ ਤਿਆਰੀ ਆ ਉਹ ਇੰਨੀ ਔਖੀ ਹੋ ਗਈ ਆ ਕਿ ਅੱਜ ਦੇ ਜ਼ਮਾਨੇ 'ਚ ਮੇਨਸ ਦੀ ਤਿਆਰੀ ਕਰਨ ਵਾਲਾ ਵੀ ਪ੍ਰੀਲਿਮਸ ਦੀ ਤਿਆਰੀ ਕਰੂਗਾ ਤਾਂ ਪ੍ਰੀਲਿਮਸ ਮੇਨਸ ਦੀ ਤਿਆਰੀ ਕਰਨ ਵਾਲੇ ਦਾ ਹੀ ਪ੍ਰੀਲਿਮਸ ਨਿਕਲੂਗਾ, ਜਿਵੇਂ ਦਾ PPSC ਦਾ ਲੈਵਲ ਹੋ ਗਿਆ। ਹੁਣ ਤਾਂ ਜਿਹੜੀਆਂ PPSC ਅੱਗੇ ਭਰਤੀਆਂ ਕੱਢ ਰਹੀਆਂ ਦੁਬਾਰਾ ਫੇਰ ਨੈਬ ਤਹਿਸੀਲਦਾਰ, ADTO ਵਰਗੀਆਂ ਭਰਤੀਆਂ, ਉਹਨਾਂ ਭਰਤੀਆਂ ਦੇ ਵਿੱਚ ਵੀ ਜਿਹੜਾ ਓਬਜੈਕਟਿਵ ਟਾਈਪ ਪੇਪਰ ਆਊਗਾ ਉਹ ਵੀ ਮੇਨਸ ਦੇ ਲੈਵਲ ਦਾ ਆਉਣਾ। ਨੈਬ ਤਹਿਸੀਲਦਾਰ ਦੇਖ ਲਓ ਤੁਸੀਂ। ਖੈਰ ਆਪਾਂ ਮਸਲੇ 'ਤੇ ਆਉਂਦੇ ਹਾਂ। ਪ੍ਰੀਲਿਮਸ ਜਿਹੜਾ ਹੈ ਉਹਦੇ 'ਚ CSAT ਜੇ ਕੁਆਲੀਫਾਈਂਗ ਹੋ ਗਿਆ ਤੇ ਅੱਡ ਗੱਲ ਆ, ਫਿਰ ਉਹਦੇ ਨੰਬਰਾਂ ਨੂੰ ਇਹਦੀ ਵੈਲਿਊ ਨਹੀਂ ਰਹੂਗੀ। ਮੰਨ ਲਓ ਕਿ ਕੁਆਲੀਫਾਈਂਗ ਨਹੀਂ ਹੋਇਆ, ਉਹਦੇ ਵੀ ਨੰਬਰ ਜੁੜਨਗੇ। ਤਾਂ ਜਰਨਲ ਸਟੱਡੀਜ਼ ਦਾ ਪੇਪਰ 100 ਸਵਾਲਾਂ ਦਾ ਤੇ CSAT ਦਾ 80 ਸਵਾਲਾਂ ਦਾ, 2 ਨੰਬਰ ਦਾ ਸਵਾਲ, 2.5 ਨੰਬਰ ਦਾ, ਇਹ 200 ਨੰਬਰ ਦਾ ਮਿਲਾ ਕੇ 400 ਨੰਬਰ ਦਾ ਪੇਪਰ ਹੋ ਗਿਆ। ਹੁਣ ਇਸ 400 ਨੰਬਰ ਦਾ ਪੇਪਰ ਜਿਹੜਾ ਹੈ ਇਸ ਵਾਰ ਵਿਦ ਨੈਗੇਟਿਵ ਮਾਰਕਿੰਗ ਆਊਗਾ, ਇਹ ਯਾਦ ਰੱਖਿਓ। 400 ਨੰਬਰ ਦੇ ਪੇਪਰ 'ਚ ਉਦਾਹਰਨ ਦੇ ਤੌਰ 'ਤੇ ਕਿਸੇ ਵੀ ਮਹਿਕਮੇ ਦੇ ਵਿੱਚ ਮੰਨ ਲਓ 60 ਪੋਸਟਾਂ ਨੇ। ਯਾਦ ਰੱਖਿਓ ਕਈਆਂ ਨੂੰ ਲੱਗਦਾ ਕਿ ਇਹ 60 PCS ਦੀਆਂ ਪੋਸਟਾਂ ਹੈ, ਨਹੀਂ। PCS ਦੀਆਂ ਪੋਸਟਾਂ ਤਾਂ ਇਹਦੇ 'ਚੋਂ ਸਿਰਫ 10 ਹੁੰਦੀਆਂ। PCS ਐਗਜ਼ੈਕਟਿਵ ਦੀਆਂ ਪੋਸਟਾਂ 10 ਤੋਂ 12 DSP ਦੀਆਂ ਹੁੰਦੀਆਂ, ਕੋਈ ਫਿਕਸ ਥੋੜ੍ਹਾ, ਕਦੀ 7 ਵੀ ਆ ਸਕਦੀਆਂ। ਉਹ ਪਹਿਲੀਆਂ 10 ਕੁ ਪੋਸਟਾਂ PCS ਦੀਆਂ ਹੁੰਦੀਆਂ, ਮਗਰਲੀਆਂ 10 PPS ਦੀਆਂ। ਉਸ ਤੋਂ ਬਾਅਦ ਸਾਰੇ ਜਿਹੜੇ ਆ, ਚਾਹੇ ਤਹਿਸੀਲਦਾਰ ਆ, ਚਾਹੇ ETO ਆ, ਚਾਹੇ ਕੋਆਪਰੇਟਿਵ ਸੁਸਾਇਟੀਆਂ ਦੇ ਅਸਿਸਟੈਂਟ ਰਜਿਸਟਰਾਰ ਆ, AR ਆ, ਉਹ ਸਾਰੇ ਛੋਟੇ PCS ਹੁੰਦੇ ਆ, ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਅਲਾਈਡ PCS। ਅਗਲੇ ਬਰਾਬਰ ਦੀ ਮਿਹਨਤ ਕਰਕੇ ਲੱਗੇ ਆ, ਥੋੜ੍ਹਾ ਜਿਹਾ 19-21 ਕਰਕੇ ਪਿੱਛੇ ਰਹਿ ਗਏ ਤੇ AR ਬਣ ਗਏ। ਇਹਦਾ ਮਤਲਬ ਉਹ ਨਾਕਾਬਲ ਨਹੀਂ, ਬਸ ਹਾਂ ਕਿਸਮਤ ਚੰਗੀ ਨਹੀਂ ਸੀ, ਉਹ ਪ੍ਰੋਪਰ PCS ਨਹੀਂ ਬਣ ਸਕੇ, ਉੱਪਰਲੇ 10 'ਚ ਨਹੀਂ ਆ ਸਕੇ। ਉਹ ਬਾਅਦ ਵਿੱਚ DSP ਵਾਲੇ ਲੈਵਲ 'ਤੇ ਵੀ ਨਹੀਂ ਆ ਸਕੇ ਕਿ ਉਹ PPS ਬਣ ਜਾਣ। ਰੈਂਕ ਥੋੜ੍ਹੀ ਜਿਹੀ ਪਿੱਛੇ ਹੋ ਗਿਆ ਅਤੇ ਉਹ ਕਹਿੰਦੇ ਆ ਅਲਾਈਡ PCS। ਇਟ ਮੀਨਸ PCS ਦੇ ਪੇਪਰ ਤੋਂ ਬਾਅਦ ਤੁਸੀਂ 3 ਪ੍ਰਕਾਰ ਦੀਆਂ ਪੋਸਟਾਂ 'ਚ ਜਾਂਦੇ ਹੋ, ਜਾਂ PCS,
ਜਾਂ PPS ਪੰਜਾਬ ਪੁਲਿਸ ਸਰਵਿਸਿਜ਼ ਜਿਹਦੇ 'ਚ ਘੱਟੋ ਘੱਟ ਰੈਂਕ DSP ਆ। ਪਹਿਲੇ ਨੰਬਰ ਤੇ PCS ਜਿਹਦੇ 'ਚ ਘੱਟੋ ਘੱਟ ਰੈਂਕ SDM ਆ। ਤੇ ਉਸ ਤੋਂ ਬਾਅਦ ਅਲਾਈਡ PCS ਸਹਾਇਕ PCS ਅਫਸਰ ਜਿਹਦੇ 'ਚ ਤਹਿਸੀਲਦਾਰ ਹੋ ਸਕਦੇ ਹੋ, ETO ਹੋ ਸਕਦੇ ਹੋ, ਤੁਸੀਂ AR ਹੋ ਸਕਦੇ ਹੋ, ਤੁਸੀਂ BDPO ਹੋ ਸਕਦੇ ਹੋ, ਵੱਖਰੇ ਵੱਖਰੇ ਰੈਵਨਿਊ ਵਿਭਾਗ, ਪੰਚਾਇਤੀ ਵਿਭਾਗ, ਸਹਾਇਕ ਸਹਿਕਾਰੀ ਸਭਾਵਾਂ ਵਿਭਾਗ ਜਿਹਨੂੰ ਆਪਾਂ ਕੋਆਪਰੇਟਿਵ ਸੁਸਾਇਟੀਜ਼ ਦਾ ਡਿਪਾਰਟਮੈਂਟ ਕਹਿ ਦਿੰਦੇ ਆ, ਜਾਂ ਲੇਬਰ ਡਿਪਾਰਟਮੈਂਟ ਹੋ ਸਕਦਾ ਹੈ, ਕਿਤੇ ਵੀ ਤੁਸੀਂ ਜਾ ਸਕਦੇ ਹੋ। ਖੈਰ ਮੰਨ ਲਓ 60 ਪੋਸਟਾਂ ਦੀ ਟਸਲ ਆ। ਹੁਣ ਤੁਸੀਂ ਮੰਨ ਲਓ ਕਿ 10,000 ਬੱਚੇ ਨੇ ਪ੍ਰੀਲਿਮਸ ਦਿੱਤਾ, ਤਾਂ 60 ਪੋਸਟਾਂ ਦਾ ਮੰਨ ਲਓ ਜਾਂ 50 ਪੋਸਟਾਂ ਵਾਸਤੇ ਕੰਪੀਟੀਸ਼ਨ ਆ, ਸੌਖਾ ਹੋ ਜਾਊਗਾ। 50 ਪੋਸਟਾਂ ਦਾ 12 ਤੋਂ 13 ਗੁਣਾ, ਮੈਂ 12 ਮੰਨ ਲੈਣਾ, ਠੀਕ ਆ। 50 ਦਾ 12 ਗੁਣਾ 600 ਪੋਸਟਾਂ ਹੁੰਦੀਆਂ। 600 ਬੰਦੇ ਪਹਿਲੇ ਪ੍ਰੀਲਿਮਸ ਦੇ ਰੈਂਕ ਵਿੱਚੋਂ ਕੱਢ ਲਏ ਜਾਣਗੇ, ਠੀਕ ਆ। ਇਹਦੇ 'ਚ ਕੈਟੇਗਰੀ ਵਾਈਜ਼ ਰਿਜ਼ਲਟ ਆਉਂਦਾ ਹੈ ਹਰ ਇੱਕ ਦਾ। ਮੰਨ ਲਓ ਤੁਹਾਨੂੰ ਆਪਣੀ ਕੈਟੇਗਰੀ ਵਾਈਜ਼, ਜੇ ਤੁਹਾਡੀ ਕੈਟੇਗਰੀ 'ਚ 5 ਸੀਟਾਂ ਹੈ ਤਾਂ 12 5 60, ਤੁਹਾਨੂੰ ਆਪਣੀ ਕੈਟੇਗਰੀ ਦੇ 60 'ਚ ਆਉਣਾ ਪਊਗਾ। ਪ੍ਰੀਲਿਮਸ ਦੇ ਰਿਜ਼ਲਟ 'ਚ ਇਹ ਨਹੀਂ ਹੁੰਦਾ ਕਿ SC BC ਵਾਲੇ ਜਿਨ੍ਹਾਂ ਦੇ ਜਰਨਲ ਤੋਂ ਉੱਪਰ ਨੰਬਰ ਉਹ ਜਰਨਲ ਚਲੇ ਜਾਣਗੇ, ਉਹ BC 'ਚ ਹੀ ਰਹਿਣਗੇ। ਪ੍ਰੀਲਿਮਸ ਦਾ ਰੂਲ ਹਮੇਸ਼ਾ ਇਹ ਹੁੰਦਾ ਹੈ, ਜਿੱਥੇ 2 ਸਟੇਜਾਂ 'ਚ ਪੇਪਰ ਹੋਵੇ ਉੱਥੇ ਪਹਿਲੀ ਸਟੇਜ ਦੇ ਵਿੱਚ ਕੰਪੀਟੀਸ਼ਨ ਕੈਟੇਗਰੀ ਵਾਲਿਆਂ ਵਾਸਤੇ ਵੱਧ ਜਾਂਦਾ ਥੋੜ੍ਹਾ ਜਿਹਾ ਨੋਰਮਲ ਨਾਲੋਂ, ਕਿਉਂਕਿ ਉਹਨਾਂ ਦੇ ਜਿਹੜੇ ਟੌਪ ਦੇ ਬੰਦੇ ਆ ਉਹ ਜਰਨਲ 'ਚ ਸ਼ਿਫਟ ਨਹੀਂ ਕਰਦੇ। ਇਹ ਕਿੱਥੇ ਰੂਲ ਲੱਗਦਾ ਹੈ, ਜਿੱਥੇ 2 ਜਾਂ 2 ਤੋਂ ਵੱਧ ਸਟੇਜਾਂ 'ਚ ਪੇਪਰ ਹੋਵੇ ਤੇ ਫਾਈਨਲ ਸਟੇਜ ਨੂੰ ਛੱਡ ਕੇ ਪਿਛਲੀਆਂ ਸਾਰੀਆਂ ਸਟੇਜਾਂ 'ਤੇ ਰੂਲ ਇਹ ਲੱਗਦਾ ਹੁੰਦਾ ਹੈ। ਖੈਰ ਤੁਸੀਂ ਇਸ ਰੂਲ ਦੇ ਮੁਤਾਬਕ ਤੁਸੀਂ ਪ੍ਰੀਲਿਮਸ ਕਲੀਅਰ ਕਰਕੇ 600 ਬੰਦਿਆਂ 'ਚ ਆ ਗਏ। ਹੁਣ ਤੁਸੀਂ ਜਿਹੜਾ ਪ੍ਰੀਲਿਮਸ ਕਲੀਅਰ ਕੀਤਾ ਹੈ, ਇਸ ਪ੍ਰੀਲਿਮਸ ਨੂੰ ਕਲੀਅਰ ਕਰਨ ਵਾਸਤੇ ਜਿਹੜਾ ਤੁਹਾਡਾ ਸਿਲੇਬਸ ਰਹਿਣ ਵਾਲਾ ਹੈ ਉਹ ਕੀ ਹੈ? 100 ਨੰਬਰ ਦਾ ਜਿਹੜਾ GS ਆ ਉਹਦੇ 'ਚ ਤੁਹਾਨੂੰ ਆਊਗੀ ਸਾਇੰਸ। ਵੈਸੇ ਤਾਂ ਸਿਲੇਬਸ 'ਚ ਲਿਖਿਆ ਸਾਇੰਸ, ਪਰ ਮੈਂ ਕਹਿੰਦਾ ਇੱਕ ਸਾਇੰਸ ਵੀ ਆਊਗੀ ਤੇ ਇਹਦੇ ਨਾਲ ਆਊਗੀ ਸਾਇੰਸ ਟੈਕ, ਜਰਨਲ ਸਾਇੰਸ ਤੇ ਸਾਇੰਸ ਟੈਕ। ਨੋਰਮਲੀ ਤਾਂ ਤੁਸੀਂ 10ਵੀਂ ਤੱਕ ਦੀਆਂ ਕਿਤਾਬਾਂ ਪੜ੍ਹਦੇ ਹੋ, ਪਰ ਉਹਨਾਂ 'ਚੋਂ ਕਿਹੜਾ ਸਮਝ ਆਉਂਦੀ ਹੈ ਤੁਹਾਨੂੰ? ਮੈਨੂੰ ਵੀ ਪਤਾ, ਤੁਹਾਨੂੰ ਵੀ ਪਤਾ ਹੈ। ਇਹਦੇ ਵਾਸਤੇ ਤੁਸੀਂ ਅਰੀਹੰਤ ਦੀ ਇਨਸਾਈਕਲੋਪੀਡੀਆ ਤੇ ਇਹਦੇ ਵਾਸਤੇ ਪੀਅਰਸਨਸ ਦਾ ਟਾਟਾ ਮੈਗਰਾ ਹਿਲ ਦੀ ਸਾਇੰਸ ਟੈਕ ਪੜ੍ਹ ਸਕਦੇ ਹੋ, ਜਿਹੜੇ ਸਮਝ ਰੱਖਦੇ ਆ, ਠੀਕ ਆ। ਮੰਨ ਲਓ ਕੋਈ ਕਿਸੇ ਇੰਸਟੀਟਿਊਟ 'ਚ ਪੜ੍ਹ ਰਿਹਾ ਮੇਰੇ ਕੋਲ, ਉਹਨਾਂ ਨੂੰ ਤਾਂ ਇੰਸਟੀਟਿਊਟ ਵਾਲੇ ਆਪਣਾ ਕੰਟੈਂਟ ਦੇਣਗੇ, ਪਰ ਜਿਹੜੇ ਕਿਤੇ ਵੀ ਨਹੀਂ ਪੜ੍ਹ ਰਹੇ ਉਹਨਾਂ ਵਾਸਤੇ ਦੱਸਤਾ ਟਾਟਾ ਮੈਗਰਾ ਹਿਲ ਦੀ ਸਾਇੰਸ ਟੈਕ ਤੇ ਇਨਸਾਈਕਲੋਪੀਡੀਆ ਆਫ ਜਰਨਲ ਸਾਇੰਸ। ਖੈਰ ਉਸ ਤੋਂ ਬਾਅਦ ਉਹ ਅੱਗੇ ਆਊਗਾ ਅਗਲਾ ਸਿਲੇਬਸ ਇਨਵਾਇਰਮੈਂਟਲ ਸਟੱਡੀਜ਼। ਸ਼ੰਕਰ IAS ਦੀ ਇਨਵਾਇਰਮੈਂਟ ਦੀ ਕਿਤਾਬ ਤੋਂ ਵਧੀਆ ਮੈਨੂੰ ਨਹੀਂ ਲੱਗਦਾ, ਕਿਉਂਕਿ ਵੈਸੇ ਤਾਂ PMF IAS ਤੇ ਕਈ ਅਦਾਰਿਆਂ ਦੀਆਂ ਵਧੀਆ ਕਿਤਾਬਾਂ ਆ ਗਈਆਂ, ਪਰ ਜੇ ਟਰਡੀਸ਼ਨਲ ਕਿਤਾਬ ਦੀ ਗੱਲ ਕਰੀਏ ਤਾਂ ਸ਼ੰਕਰ IAS, ਠੀਕ ਆ। PMF IAS ਇੱਕ ਵੈਬਸਾਈਟ ਆ, ਉਹਨਾਂ ਦੀ ਵੀ ਤੁਸੀਂ ਇਨਵਾਇਰਮੈਂਟ ਦੀ ਕਿਤਾਬ ਮੰਗਵਾ ਸਕਦੇ ਹੋ। ਉਹ ਆਪਣੇ ਆਪ ਨੂੰ ਪੂਅਰ ਮੈਨਸ ਫਰੈਂਡ ਕਹਿੰਦੇ ਆ। ਠੈਕ ਆਪਾਂ ਇਸ ਤੋਂ ਵੱਧ ਜ਼ਿਆਦਾ ਕੋਈ ਕਮੈਂਟ ਨਹੀਂ ਕਰਦੇ। ਪੋਲੀਟੀਕਲ ਥਿਊਰੀ ਐਂਡ ਇੰਟਰਨੈਸ਼ਨਲ ਆਰਡਰ, ਪੋਲੀਟੀਕਲ ਥਿਊਰੀ ਵਾਸਤੇ ਕੋਈ ਸਿੱਧੀ ਕਿਤਾਬ ਤਾਂ ਹੈ ਨਹੀਂ, ਪਰ 11ਵੀਂ ਕਲਾਸ ਦੀ ਪੋਲੀਟੀਕਲ ਥਿਊਰੀ ਦੀ ਕਿਤਾਬ ਬਹੁਤ ਜ਼ਰੂਰੀ ਹੈ। ਇੱਕ ਉਸ ਤੋਂ ਬਾਅਦ ਤੁਹਾਨੂੰ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਅੱਡ ਪੜ੍ਹਨੀਆਂ ਪੈਣਗੀਆਂ, ਵਰਲਡ ਬੈਂਕ, IMF ਇਹ ਅੱਡ, ਤੇ ਪੋਲੀਟੀਕਲ ਥਿਊਰੀ, ਇਕੁਐਲਿਟੀ, ਜਸਟਿਸ, ਰਾਈਟ, ਡਿਊਟੀਜ਼, ਇਹ ਕੌਨਸਟੀਟਿਊਸ਼ਨ ਵਾਲਾ ਉਹ ਨਹੀਂ ਗੀ, ਇਹ ਹੈਗੀ ਆ ਪੋਲੀਟੀਕਲ ਥਿਊਰੀਜ਼, ਜਿਹਦੇ 'ਚੋਂ ਪੋਲੀਟੀਕਲ ਥਿੰਕਰਸ ਜਿਹੜੇ ਉਹ ਬੜੇ ਮਹਾਨ ਦਾਰਸ਼ਨਿਕ ਹੋਏ ਆ, ਚਿੰਤਕ ਹੋਏ ਆ, ਉਹਨਾਂ ਦੀਆਂ ਥਿਊਰੀਜ਼ ਦੇ ਵਿੱਚੋਂ ਸਵਾਲ ਫਰੇਮ ਹੋ ਜਾਂਦੇ ਆ 3-4, ਮੋਸਟ ਇੰਪੋਰਟੈਂਟ ਆ। ਬਾਕੀ ਵਰਲਡ ਬੈਂਕ ਆ ਤਾਂ ਤੁਹਾਨੂੰ ਪਤਾ ਹੀ ਹੈ, ਨੋਰਮਲ ਤੁਹਾਨੂੰ ਬੜੀਆਂ ਕਿਤਾਬਾਂ ਇਹਨਾਂ 'ਤੇ ਮਿਲ ਜਾਂਦੀਆਂ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ 'ਤੇ, ਇਹਨੂੰ ਮਿਲਾ ਕੇ ਕਹਿੰਦੇ ਆ ਪੋਲੀਟੀਕਲ ਥਿਊਰੀ ਐਂਡ ਇੰਟਰਨੈਸ਼ਨਲ ਆਰਡਰ, ਠੀਕ ਆ। ਇਸ ਤੋਂ ਬਾਅਦ ਅੱਗੇ ਆ ਜਾਓ ਇੰਡੀਅਨ ਪੋਲਿਟੀ, ਇਹ ਕੌਨਸਟੀਟਿਊਸ਼ਨ ਆ, ਇਹ ਸਾਫ਼ ਤੇ ਸਪਸ਼ਟ ਤੌਰ ਤੇ ਲక్ష్ਮੀਕਾਂਤ ਤੋਂ ਵਧੀਆ ਸਰੋਤ ਨਾ ਤਾਂ ਹੋਇਆ ਸੀ ਨਾ ਹੋਣਾ ਹੈ, ਠੀਕ ਆ। ਸੋ ਇਹ ਕੌਨਸਟੀਟਿਊਸ਼ਨ ਵਾਲੀ ਕਿਤਾਬ ਆ ਗਈ। ਹਿਸਟਰੀ ਆਫ ਇੰਡੀਆ, ਦੇਖੋ ਇੱਕ ਗੱਲ ਕਲੀਅਰ ਆ, ਵੈਸੇ ਤਾਂ ਬਹੁਤ ਕਿਤਾਬਾਂ ਨੇ, ਪਰ ਐਂਸ਼ੀਅੰਟ ਮੀਡੀਵਲ ਵਾਸਤੇ ਪੜ੍ਹਿਓ ਪੂਨਮ ਦਲਾਲ, ਮਾਡਰਨ ਹਿਸਟਰੀ ਵਾਸਤੇ ਪੜ੍ਹਿਓ ਤੁਸੀਂ ਸਪੈਕਟਰਮ ਜਿਹੜੀ ਕਿ ਆਮ ਚੱਲਦੀ ਆ, ਅਦਰਵਾਈਜ਼ ਟਾਟਾ ਮੈਗਰਾ ਹਿਲ ਦੀ ਸੋਨਾਲੀ ਦੀ ਕਿਤਾਬ ਵੀ ਮਾਡਰਨ ਹਿਸਟਰੀ ਦੀ ਬਹੁਤ ਵਾਸਟ ਆ ਤੇ ਵਧੀਆ ਵੀ ਆ, ਠੀਕ ਆ। ਤੇ ਵਰਲਡ ਹਿਸਟਰੀ ਵਾਸਤੇ ਅਰਜੁਨ ਦੇਵ, ਤਿੰਨੇ ਸਿਲੇਬਸ ਨੇ, ਵਰਲਡ ਹਿਸਟਰੀ ਵੀ ਦੱਸਦੀ, ਐਂਸ਼ੀਅੰਟ ਮੀਡੀਵਲ ਵੀ ਦੱਸਦੀ, ਠੀਕ ਆ। ਉਸ ਤੋਂ ਬਾਅਦ ਆ ਗਈ ਇੰਡੀਅਨ ਇਕੋਨਮੀ। ਇੰਡੀਅਨ ਇਕੋਨਮੀ 'ਤੇ ਬਹੁਤ ਕਿਤਾਬਾਂ ਨੇ, ਪਰ ਇੱਕ ਕਿਤਾਬ ਜਿਹੜੀ ਮੇਰੇ ਦਿਲ ਦੇ ਬਹੁਤ ਨੇੜੇ ਆ, ਜਿੱਥੋਂ ਮੈਂ ਆਪਣੇ ਵੀ ਨੋਟਸ ਬਣਾਉਣਾ, ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਮੇਰੇ ਬਣਾਏ ਹੋਏ ਨੋਟਸ ਜਿਹੜੇ ਆ ਉਹ ਬਾਜ਼ਾਰ 'ਚ ਮਿਲਣ ਵਾਲੀਆਂ ਕਿਤਾਬਾਂ ਦੇ ਕੱਟ ਕਾਪੀ ਪੇਸਟ ਹੁੰਦੇ ਆ। ਕਲਾਕਾਰੀ ਬਸ ਇੰਨੀ ਕੁ ਕਿ ਤੁਸੀਂ ਉਸ ਨੋਟਸ 'ਚੋਂ ਕੀ ਕੱਢਣਾ ਹੈ ਤੇ ਉਹਦੇ ਵਿੱਚ ਕਿਹੜੀ ਚੀਜ਼ ਅਪਡੇਟ ਕਰਨੀ ਆ ਤੇ ਉਹਨੂੰ ਸਟੂਡੈਂਟ ਦੇ ਸਾਹਮਣੇ ਕਿਵੇਂ ਪ੍ਰੈਜ਼ੈਂਟ ਕਰਨਾ ਹੈ, ਤੇ ਸਭ ਤੋਂ ਵੱਡੀ ਗੱਲ ਉਹਨੂੰ ਪੜ੍ਹਾਉਣਾ ਕਿਵੇਂ ਆ। ਅਕੈਡਮੀਆਂ ਦੇ ਨੋਟਸ ਦੇ ਮਗਰ ਪੈਣਾ ਬੰਦ ਕਰ ਦਿਓ
ਤੁਹਾਨੂੰ ਇਹ ਅਕੈਡਮੀਆਂ ਦੇ ਨੋਟਸ ਹੀ ਫੇਲ ਕਰਾਉਣਗੇ। ਜਿਹੜਾ ਬੱਚਾ ਕਹਿੰਦਾ ਜੀ ਮੈਂ ਸੈਲਫ ਸਟੱਡੀ ਕਰ ਰਿਹਾ ਤੇ ਮੈਨੂੰ ਤੁਹਾਡੇ ਨੋਟਸ ਦੇ ਦਿਓ, ਇਹਦਾ ਮਤਲਬ ਉਹ ਝੂਠ ਬੋਲ ਰਿਹਾ ਹੈ। ਸੈਲਫ ਸਟੱਡੀ ਵਾਲੇ ਬੰਦੇ ਨੂੰ, ਜਿਨ੍ਹਾਂ ਨੇ ਸੈਲਫ ਸਟੱਡੀ 'ਚ ਕਾਮਯਾਬੀ ਹਾਸਲ ਕੀਤੀ ਆ, ਉਹਨਾਂ ਨੂੰ ਪੁੱਛ ਕੇ ਦੇਖ ਲਓ ਕਿ ਕਿਹੜੀ ਅਕੈਡਮੀ ਦੇ ਨੋਟਸ ਪੜ੍ਹੇ ਸੀ। ਅਗਲਿਆਂ ਨੇ ਆਪਣੇ ਨੋਟਸ ਕਿਤਾਬਾਂ 'ਚੋਂ ਆਪ ਬਣਾਏ ਆ। ਕਿਸੇ ਦੇ ਨੋਟਸ ਦੇ ਨਾਲ ਸੈਲਫ ਸਟੱਡੀ ਕਿਵੇਂ ਹੋ ਗਈ ਬਈ? ਮੇਰੀ ਗੱਲ ਛੱਡੋ, ਮੇਰੇ ਛੱਡੋ, ਕਿਸੇ ਦੇ ਨੋਟਸ ਨਾ ਮੰਗਵਾਇਓ, ਆਪਣੀ ਬਰਬਾਦੀ ਆਪ ਕਰੋਗੇ। ਇੱਕ ਤਾਂ ਸੈਲਫ ਸਟੱਡੀ ਕਰਕੇ ਆਪਣੇ ਆਪ ਨੂੰ ਦੁਨੀਆ ਤੋਂ ਵੱਖਰਾ ਸਾਬਤ ਕਰਨਾ ਚਾਹੁੰਦੇ ਹੋ, ਜੋ ਕਿ ਬਹੁਤ ਚੰਗੀ ਗੱਲ ਆ, ਤੇ ਫਿਰ ਕਿਸੇ ਦੇ ਮੋਢੇ 'ਤੇ ਰੱਖ ਕੇ ਬੰਦੂਕ ਚਲਾਉਣਾ ਚਾਹੁੰਦੇ ਹੋ। ਕਿਸੇ ਦੇ ਬਣਾਏ ਹੋਏ ਸ਼ਾਰਟ ਨੋਟਸ ਤੁਹਾਡੀ ਸਮਝ 'ਚ ਕਿਵੇਂ ਆ ਸਕਦੇ ਆ? ਕਿਤਾਬਾਂ ਹਮੇਸ਼ਾ ਡਿਟੇਲ 'ਚ ਬਣਾਈਆਂ ਜਾਂਦੀਆਂ। ਜਿਹੜਾ ਬੰਦਾ ਕਿਸੇ ਅਕੈਡਮੀ 'ਚ ਪੜ੍ਹ ਰਿਹਾ, ਉਹ ਤਾਂ ਮੰਨਿਆ ਕਿ ਉਹਨੂੰ ਤਾਂ ਅੱਧੀ ਗੱਲ ਉੱਥੋਂ ਸੁਣ ਕੇ ਆਇਆ ਹੈ ਅਤੇ ਨੋਟਸ ਦੇ ਵਿੱਚ ਲਿਖੀ ਅੱਧੀ ਗੱਲ ਉਹਨੂੰ ਸਮਝ ਆ ਗਈ। ਜਿਹੜੇ ਬੰਦੇ ਨੇ ਕਿਸੇ ਅਕੈਡਮੀ ਵਾਲੇ ਨੂੰ ਸੁਣਿਆ ਹੀ ਨਹੀਂ, ਉਹਨੂੰ ਅੱਧੀ ਗੱਲ ਕਿਵੇਂ ਸਮਝ ਆ ਜਾਊਗੀ? ਨੋਟਸ ਹਮੇਸ਼ਾ ਅਧੂਰੇ ਹੁੰਦੇ ਆ, ਚਾਹੇ ਮੇਰੇ ਆ ਚਾਹੇ ਕਿਸੇ ਦੇ ਵੀ ਆ। ਕਦੇ ਵੀ ਨਾ ਨੋਟਸ ਦੇ ਚੱਕਰ 'ਚ ਪਾਓ। ਅਸੀਂ ਬਿਜ਼ਨਸਮੈਨ ਆ, ਜਿਸ ਦਿਨ ਸਾਡੇ 'ਤੇ ਪ੍ਰੈਸ਼ਰ ਪੈ ਗਿਆ ਅਸੀਂ ਨੋਟਸ ਵੀ 10-10 ਹਜ਼ਾਰ ਦੇ ਵੇਚਣ ਲੱਗ ਪਾਂਗੇ। ਪਲੀਜ਼ ਅਕੈਡਮੀਆਂ ਵਾਲਿਆਂ ਨੂੰ ਇੰਨੀ ਹੱਲਾਸ਼ੇਰੀ ਨਾ ਦਿਓ। ਆਪਣੇ ਛੋਟੇ ਜਿਹੇ ਫਾਇਦੇ ਵਾਸਤੇ। ਕੀ ਫਾਇਦਾ ਹੈ ਕਿ ਮਿਹਨਤ ਨਾ ਕਰਨੀ ਪਵੇ। ਮਿਹਨਤ ਕਰੋ, ਮਿਹਨਤ ਕਰਕੇ ਹੀ ਅਫਸਰ ਲੱਗੋਗੇ ਤੁਸੀਂ। ਸੈਲਫ ਸਟੱਡੀ ਵਾਲਿਆਂ ਦੀ ਮੈਂ ਨਿੰਦਿਆ ਨਹੀਂ ਕਰਦਾ, ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਦਾ। ਕਿਤਾਬਾਂ ਉਹ ਦੱਸੀਆਂ ਹੈ ਜਿੱਥੋਂ ਮੈਂ ਖੁਦ ਸੈਲਫ ਸਟੱਡੀ ਕੀਤੀ ਹੈ। ਠੀਕ ਆ ਕਿ ਜੇ ਤੁਸੀਂ ਬਹੁਤ ਮਿਹਨਤ ਕਰੋਗੇ, ਜਿਹੜੇ ਵੀ ਕਿੱਤੇ 'ਚ ਤੁਸੀਂ ਜਾਣਾ ਚਾਹੁੰਦੇ ਹੋ, ਤੁਸੀਂ ਕਾਮਯਾਬ ਹੋਵੋਗੇ। ਖੈਰ ਆ ਜਾਓ। ਉਸ ਤੋਂ ਬਾਅਦ ਇੰਡੀਅਨ ਇਕੋਨਮੀ ਤੇ ਮੇਰੇ ਦਿਲ ਦੇ ਸਭ ਤੋਂ ਨੇੜੇ ਕਿਤਾਬ ਆ ਨਿਤਿਨ ਸਿੰਘਾਨੀਆ। ਬਹੁਤ ਸੋਹਣੀ ਕਿਤਾਬ ਆ। ਕਿਸੇ ਟਾਈਮ ਆਰਟ ਐਂਡ ਕਲਚਰ ਛਾਪਦੇ ਸੀ, ਅੱਜ ਇਕੋਨਮੀ ਦੀ ਕਿਤਾਬ ਲਿਖੀ ਹੈ ਤੇ ਬਹੁਤ ਵਧੀਆ ਲੱਗੀ ਮੈਨੂੰ। ਕਿਸੇ ਵੀ ਮਤਲਬ ਕਿ ਛੋਟੇ ਆਮ ਜੀ ਤਿਆਰੀ ਕਰਨ ਵਾਲੇ ਬੰਦੇ ਦੀ ਵੀ ਸਮਝ 'ਚ ਆ ਸਕਦੀ ਹੈ। ਬਹੁਤ ਸੋਹਣੀ ਕਿਤਾਬ ਆ। ਜੋਗਰਾਫੀ, ਵੈਸੇ ਤਾਂ ਬਹੁਤ ਕਿਤਾਬਾਂ ਜੋਗਰਾਫੀ ਦੀਆਂ ਮਸ਼ਹੂਰ ਆ, ਪਰ ਮੈਂ ਦੱਸਦਾ, ਤੁਸੀਂ ਸਟੱਡੀ IQ ਵਾਲਿਆਂ ਦੀ ਜੋਗਰਾਫੀ ਆਫ ਇੰਡੀਆ ਅਤੇ ਇੱਕ ਕਿਤਾਬ ਆ ਫੰਡਾਮੈਂਟਲ ਜੋਗਰਾਫੀ, ਜਾਂ PMF IAS ਵਾਲਿਆਂ ਦੀ। ਤੁਸੀਂ ਕਹੋਗੇ ਇਹਨਾਂ ਦੀ ਮਸ਼ਹੂਰੀ ਕਿਉਂ? ਯਾਰ ਜਿਨ੍ਹਾਂ ਦੀ ਚੀਜ਼ ਵਧੀਆ ਹੈ। PMF IAS ਇਹਨਾਂ ਦੀ ਵੀ ਕਿਤਾਬ ਬਹੁਤ ਸੋਹਣੀ ਹੈ। ਕਲਰ ਸਮਝ ਆਉਣੀ ਚਾਹੀਦੀ ਹੈ। ਪਹਾੜਾਂ ਦੀਆਂ ਫੋਟੋਆਂ ਬਣੀਆਂ ਹੋਣਗੀਆਂ ਤਾਂ ਸਮਝ ਵਧੀਆ ਆਊਗੀ। ਇਹਨਾਂ ਦੀ ਵੀ ਕਿਤਾਬ ਮੰਗਵਾ ਸਕਦੇ ਹੋ। ਕਿਤਾਬਾਂ ਦੋ ਹੀ ਮੰਗਵਾਉਣੀਆਂ ਪੈਣਗੀਆਂ, ਇੱਕ ਇੰਡੀਅਨ ਜੋਗਰਾਫੀ ਅਤੇ ਇੱਕ ਫੰਡਾਮੈਂਟਲ ਆਫ ਜੋਗਰਾਫੀ। ਦੋਵੇਂ ਕਿਤਾਬਾਂ ਦਾ ਸੈੱਟ ਚਾਹੇ ਤਾਂ ਸਟੱਡੀ IQ ਦਾ ਮੰਗਵਾ ਲਿਓ ਅਤੇ ਚਾਹੇ PMF ਦਾ ਮੰਗਵਾ ਲਿਓ। ਖੈਰ ਇਹ 'ਚ ਸਾਰੀ ਜੋਗਰਾਫੀ ਕਵਰ ਹੋ ਜਾਊਗੀ। ਉਸ ਤੋਂ ਬਾਅਦ ਅੱਗੇ ਆ ਜਾਓ। ਅਗਲੀ ਚੀਜ਼ ਆ ਪੰਜਾਬ ਦੀ ਕੋਈ ਸਿੱਧੀ ਜੀ ਕਿਤਾਬ। ਮੈਂ ਤੁਹਾਨੂੰ ਕਿਸੇ ਕਿਤਾਬ ਦਾ ਨਾਂ ਲੈਦਾ, ਤੁਸੀਂ ਕਹੋ ਸਰ ਇਸ ਕਿਤਾਬ 'ਚ ਤਾਂ ਅੱਜ ਕੱਲ੍ਹ ਕੁਛ ਆ ਹੀ ਨਹੀਂ ਰਿਹਾ, ਤਾਂ ਉਹਦੇ 'ਚ ਮੈਂ ਬਹੁਤ ਕੁਛ ਕਰ ਨਹੀਂ ਸਕਦਾ। ਬਟ ਹਾਂ, YouTube 'ਤੇ ਇਸ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਪਈ ਮੇਰੀ ਮੈਰਾਥਨ ਤੁਹਾਡੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇ ਦੂਗੀ। ਗੁਰੂ ਕਾਲ ਤੋਂ ਲੈ ਕੇ 1947 ਤੱਕ ਕਵਰ ਕੀਤਾ ਹੋਇਆ ਮੈਂ। ਉਸ ਤੋਂ ਬਾਅਦ ਮੈਂ ਪੰਜਾਬ ਦੀ ਸਾਰੀ ਇਕੋਨਮੀ 'ਤੇ 11 ਘੰਟੇ ਦੀ ਮੈਰਾਥਨ ਆ, 8 ਘੰਟੇ ਦੀ ਇੱਕ ਅਤੇ 3 ਦੀ ਇੱਕ, ਬਹੁਤ ਹੱਦ ਤੱਕ ਕਵਰ ਕਰਤਾ। ਪਰ ਫਿਰ ਵੀ ਜੇ ਤੁਸੀਂ ਬਾਜ਼ਾਰ 'ਚ ਜਾਂਦੇ ਹੋ ਤਾਂ ਤੁਹਾਨੂੰ ਚੜ੍ਹਦਾ ਪੰਜਾਬ, ਸਾਡਾ ਪੰਜਾਬ, ਜਿਹੜੀ ਕਿਤਾਬ ਦਿਲ ਦੇ ਨੇੜੇ ਲੱਗੀ ਉਹ ਲੈ ਲਿਓ ਤੁਸੀਂ। ਮੈਂ ਕਿਸੇ ਨੂੰ ਮਾੜਾ ਜਾਂ ਚੰਗਾ ਨਹੀਂ ਕਹਿ ਸਕਦਾ, ਸਾਰੀਆਂ ਕਿਤਾਬਾਂ ਬਹੁਤ ਵਧੀਆ ਹੈ। ਖੈਰ ਤੁਸੀਂ ਆਹ ਪੰਜਾਬ ਹੋ ਗਿਆ। ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਕਰੰਟ ਅਫੇਅਰਸ ਅਤੇ CSAT ਵਾਸਤੇ ਤੁਸੀਂ ਕਿਤਾਬ ਲੈਣੀ ਹੈ ਗੇਟ ਦੀ। ਮੈਂ ਦੱਸੂਗਾ ਕਿਹੜੀ, ਮੈਂ ਅੱਗੇ ਸਾਰੀਆਂ ਦੀ ਫੋਟੋਜ਼ ਲਾਈਆਂ ਹੋਈਆਂ, ਮੈਂ ਕਿਤਾਬ ਵੀ ਦੱਸ ਦੂੰਗਾ ਕਿਹੜੀ ਹੈ। CSAT ਇੰਗਲਿਸ਼ ਪੰਜਾਬੀ ਵਾਸਤੇ ਤੁਸੀਂ ਜੇ 9ਵੀਂ 10ਵੀਂ 11ਵੀਂ 12ਵੀਂ ਦੀ ਕਿਤਾਬ ਪੜ੍ਹ ਲਈ ਤਾਂ ਮੋਰ ਦੈਨ ਸਫੀਸ਼ੈਂਟ ਆ। ਦੋ ਹੀ ਕਿਤਾਬਾਂ, ਇੱਕ 10ਵੀਂ 11ਵੀਂ, ਇੱਕ 9ਵੀਂ 10ਵੀਂ। ਅਤੇ ਇਹ ਸਿਲੇਬਸ ਆ ਪ੍ਰੀ ਦੇ ਵਿੱਚ ਸਾਰਾ ਸਮਝਾਤਾ। ਅਤੇ ਮੈਂ ਤੁਹਾਨੂੰ ਇਹ ਵੀ ਦੱਸ ਚੁੱਕਿਆ ਸੀਗਾ ਕਿ ਸਾਡਾ 15 ਜੁਲਾਈ ਤੋਂ ਬੈਚ ਆਫਲਾਈਨ ਆ, 1 ਜੁਲਾਈ ਤੋਂ ਔਨਲਾਈਨ ਅਸੀਂ YouTube 'ਤੇ ਆਪਣੇ ਐਡੀਟੋਰੀਅਲਸ ਹਿੰਦੂ ਦੇ, ਇੰਡੀਅਨ ਐਕਸਪ੍ਰੈਸ ਦੇ ਪੰਜਾਬੀ ਮਾਧਿਅਮ 'ਚ ਕਰਾਉਣੇ ਸ਼ੁਰੂ ਕਰਾਂਗੇ। ਸਾਡੇ ਨਾਲ ਕਰਿਓ। ਫਿਰ ਸਾਡੇ ਕੋਰਸ 'ਚ ਇਨਰੋਲ ਹੋਇਓ। ਕੰਟੈਂਟ ਦੇਖਣ ਤੋਂ ਬਾਅਦ ਆਫਲਾਈਨ ਅਤੇ ਔਨਲਾਈਨ ਲਾਈਵ, ਮੀਡੀਅਮ ਇੰਗਲਿਸ਼ ਪੰਜਾਬੀ। ਠੀਕ ਆ, ਆਹ ਸਾਡੀ ਟੀਮ ਦਾ ਨੰਬਰ ਆ। ਇਸ ਤੋਂ ਬਿਨਾਂ 77078 00072, ਇਸ ਨੰਬਰ 'ਤੇ ਵੀ ਕਾਲ ਕਰ ਸਕਦੇ ਹੋ। ਸਲਾਰੀਆ ਵਿਹਾਰ ਮਾਰਕੀਟ, ਰੇਡੀਓ ਸਟੇਸ਼ਨ ਰੋਡ ਫੇਜ਼ 1 ਪਟਿਆਲਾ, ਇਹ ਸਾਡਾ ਉਹ ਆ। ਜੇ ਸਾਡੇ ਕੋਰਸ 'ਚ ਇਨਰੋਲ ਹੁੰਦੇ ਹੋ ਤਾਂ ਸਾਰੀਆਂ ਕਿਤਾਬਾਂ ਬਾਈਲਿੰਗੁਅਲ ਅਸੀਂ ਪ੍ਰੋਵਾਈਡ ਕਰਾਉਣੀਆਂ। ਮੰਨ ਲਓ ਤੁਸੀਂ ਇਨਰੋਲ ਨਹੀਂ ਹੁੰਦੇ ਸਾਡੇ ਕੋਲ, ਠੀਕ ਆ, ਵੈਸੇ ਸਾਡੀ ਐਂਡਰੋਇਡ 'ਤੇ ਐਪ ਮਾਸਟਰ ਕਲਾਸਿਸ ਪਟਿਆਲਾ ਹੈ ਇਸ ਲੋਗੋ ਨਾਲ, ਅਤੇ ਆਈਫੋਨ 'ਤੇ ਮਾਈ ਇੰਸਟੀਟਿਊਟ ਆ, ਇਹ ਕੋਡ ਆ ਅਤੇ ਇਹ ਲੋਗੋ ਆ। ਆਹ ਸਾਡਾ ਐਡਰੈਸ ਆ। ਨੰਬਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿ 805440 00797 77078 00072। ਆਹ ਲక్ష్ਮੀਕਾਂਤ ਦੀ ਕਿਤਾਬ ਆ, ਨਿਤਿਨ ਸਿੰਘਾਨੀਆ, ਸ਼ੰਕਰ IAS,
ਆ ਪੂਨਮ ਦਲਾਲ ਆ ਰਜੀਵ ਅਹੀਰ ਦੀ ਸਪੈਕਟਰਮ ਆ। ਇਹ ਨਹੀਂ ਲੈਣੀ ਤਾਂ ਟਾਟਾ ਮੈਗਰਾ ਹਿਲ ਦੀ, ਅਰਜਨ ਦੇਵ ਦੀ ਹਿਸਟਰੀ ਆਫ ਦੀ ਵਰਲਡ, ਗੇਟ ਦੀ ਮੈਥ ਰੀਜ਼ਨਿੰਗ ਦੀ ਕਿਤਾਬ ਬਹੁਤ ਵਧੀਆ ਕਿਤਾਬ ਆ ਇਨਸਾਈਕਲੋਪੀਡੀਆ ਆਫ, ਥੋੜੀ ਜਿਹੀ ਪੇਂਟ ਖਰਾਬ ਹੋ ਗਿਆ, ਇਨਸਾਈਕਲੋਪੀਡੀਆ ਆਫ ਜਰਨਲ ਸਾਇੰਸ ਅਰੀਹੰਤ। ਆ ਮੈਂ ਜੋਗਰਾਫੀ ਦੀ ਕਿਤਾਬ ਸਟੱਡੀ IQ ਵਾਲਿਆਂ ਦੀ ਲਾਈ ਆ, ਤੁਸੀਂ ਕਿਸੇ ਦੀ ਵੀ ਮੰਗਵਾ ਸਕਦੇ ਹੋ, ਦੋਵਾਂ ਦੀਆਂ ਉਹਨਾਂ ਦੀ ਵੈਬਸਾਈਟਸ 'ਤੇ ਡੈਮੋ ਪਈਆਂ ਹੋਈਆਂ। ਖੈਰ ਇਹ ਦੱਸਣ ਦਾ ਮਕਸਦ ਸੀ, ਪ੍ਰੀ ਸਮਝਾਤਾ। ਪ੍ਰੀ ਤੋਂ ਬਾਅਦ ਹੁਣ ਆ ਜਾਓ, ਮੰਨ ਲਓ ਕਿ ਤੁਸੀਂ ਪ੍ਰੀ ਦਾ ਪੇਪਰ ਕਲੀਅਰ ਕਰ ਲਿਆ। ਪ੍ਰੀ ਦੇ ਵਿੱਚੋਂ ਉਹਨਾਂ ਨੇ 60 ਗੁਣਾ ਬੰਦੇ 12 ਗੁਣਾ ਬੰਦੇ ਬੁਲਾ ਕੇ ਉਹਨਾਂ ਦਾ ਮੇਨਸ ਲੈਣਾ ਹੈ। ਮੇਨਸ ਦੇ ਵਿੱਚ ਹੋਣਗੇ ਤੁਹਾਡੇ 7 ਪੇਪਰ, ਠੀਕ ਆ। 7 + 1 8 ਪੇਪਰ। ਤੁਸੀਂ ਕਹੋਗੇ ਸਰ ਕਿਹੜੇ ਕਿਹੜੇ? ਤੁਹਾਡੇ ਪ੍ਰੀ 'ਚੋਂ ਜਿੰਨੇ ਨੰਬਰ ਆਏ ਆ ਭੁੱਲ ਜਾਓ। ਹੁਣ ਤੁਸੀਂ ਰਿਟਨ ਪੇਪਰ ਦੇਣੇ ਆ, ਜਿਵੇਂ ਦੇ ਤੁਸੀਂ ਬੋਰਡ ਦੇ ਪੇਪਰ ਦਿੰਦੇ ਹੋ। ਕਿਹੜੇ ਕਿਹੜੇ ਸਬਜੈਕਟ ਦੇ? 12ਵੀਂ ਪੱਧਰ ਤੱਕ ਦੀ ਪੰਜਾਬੀ, ਇਹਦੇ 'ਚ ਸਿਲੇਬਸ 'ਚ ਕੀ ਆ ਉਹੀ ਸਭ ਕੁਝ। ਜਦੋਂ ਤੁਸੀਂ 12ਵੀਂ ਦਾ ਪੰਜਾਬੀ ਦਾ ਪੇਪਰ ਦਿੰਦੇ ਹੋ ਤਾਂ 50 ਨੰਬਰ ਦੀ ਗ੍ਰਾਮਰ ਆਉਂਦੀ ਹੈ ਅਤੇ 50 ਨੰਬਰ ਦਾ ਤੁਹਾਡਾ ਕਹਾਣੀਆਂ ਆਉਂਦੀਆਂ ਜੋ ਤੁਹਾਡਾ ਸਿਲੇਬਸ 'ਚ ਹੁੰਦੀਆਂ। ਉਹ 50 ਨੰਬਰ ਦੀਆਂ ਕਹਾਣੀਆਂ ਛੱਡ ਦਿਓ। ਬਾਕੀ ਜੋ ਤੁਹਾਨੂੰ 50 ਨੰਬਰ ਦਾ ਪੰਜਾਬ ਬੋਰਡ ਨੇ ਪੇਪਰ 'ਚ ਪੁੱਛਦੇ ਆ, ਅਣਡਿੱਠਾ ਪੈਰਾ, ਕੰਪਰੀਹੈਂਸ਼ਨ, ਇੱਕ ਲੈਟਰ ਲਿਖਾ ਲਿਆ, ਇੱਕ ਐਸੇ ਲਿਖਾ ਲਏ, ਬਹੁਤੇ ਸ਼ਬਦਾਂ ਦੀ ਤਾਂ ਇੱਕ ਸ਼ਬਦ, ਨਾਮ ਪੜ੍ਹਨਾਮ, ਜੋ ਵੀ ਕੁਛ। ਨਾਮ ਪੜ੍ਹਨਾਮ ਘੱਟ ਪਾਉਂਦੇ ਆ, ਅਖਾਣ, ਮੁਹਾਵਰੇ, ਜਿਹਨੂੰ ਆਪਾਂ ਨਾ ਇਹ ਕਹਿੰਦੇ ਆ ਵਿਆਕਰਨ ਨਾ ਕਹਿ ਕੇ ਆਪਾਂ ਕਹਿੰਦੇ ਭਾਸ਼ਾ ਗਿਆਨ। ਸ਼ੁੱਧ ਸ਼ਬਦ ਲਿਖਾਉਣੇ, ਅਸ਼ੁੱਧ ਤੋਂ ਅਸ਼ੁੱਧ ਕਰਾਉਣੇ। ਆ ਮੈਂ ਇੱਕ ਸੈਂਪਲ ਜਿਹਾ ਦਿਖਾ ਦਿੰਦਾ। ਪਹਿਲਾ ਪੇਪਰ ਪੰਜਾਬੀ ਦਾ 100 ਨੰਬਰ ਦਾ, ਦੂਜਾ ਅੰਗਰੇਜ਼ੀ ਦਾ ਸੇਮ ਉਹੀ 12ਵੀਂ ਪੱਧਰ ਦੀ ਪੰਜਾਬ ਬੋਰਡ ਦੀ ਇੰਗਲਿਸ਼, ਜਿਹਦੇ 'ਚ ਐਂਟੋਨੀਅਮ, ਸਿਨੋਨੀਅਮ ਵਗੈਰਾ ਸਾਰਾ ਕੁਛ, ਅਨਸੀਨ ਪੈਸੇਜ ਹੋ ਸਕਦਾ ਹੈ ਤੁਹਾਨੂੰ, ਲੈਟਰ, ਐਸੇ, ਪ੍ਰੈਸੀ ਕਰਨ ਵਾਸਤੇ ਆ ਸਕਦੀ ਆ, ਪੈਰੇ 'ਚੋਂ ਆਨਸਰ ਲੱਭਣੇ ਆ, ਫਿਰ ਆਪਾਂ ਉਹਦੇ 'ਚ ਆਪਾਂ ਐਂਟੋਨੀਅਮ, ਸਿਨੋਨੀਅਮ ਵਾਕਾਂ ਵਿੱਚ ਵਰਤੋ, ਫਿਰ ਪ੍ਰੈਪੋਜੀਸ਼ਨਾਂ ਲਾਉਣੀਆਂ, ਐਵੇਂ। ਰਿਟਨ ਪੇਪਰ ਹੋਊਗਾ 100 ਨੰਬਰ ਦਾ। ਤੀਜਾ ਪੇਪਰ ਹੋਊਗਾ ਐਸੇ ਦਾ, ਲੇਖ, ਨਿਬੰਧ। ਤੁਸੀਂ ਨਿਬੰਧ ਲਿਖਣੇ ਆ। ਉਹ ਤੁਹਾਨੂੰ 2 ਨਿਬੰਧ ਵੀ ਕਹਿ ਸਕਦੇ ਆ, 1200 ਸ਼ਬਦਾਂ ਦੇ, 2500 ਸ਼ਬਦ ਦਾ ਇੱਕ ਵੀ ਕਹਿ ਸਕਦੇ ਆ, 800 ਸ਼ਬਦਾਂ ਦੇ 3 ਨਿਬੰਧ ਲਿਖਣ ਲਈ ਵੀ ਕਹਿ ਸਕਦੇ ਆ। ਇਸ ਪੇਪਰ 'ਚ ਤੁਹਾਨੂੰ ਮੌਕਾ ਵੀ ਦਿੰਦੇ ਆ ਕਿ ਜੇ ਤੁਸੀਂ ਬਾਕੀ ਪੇਪਰਾਂ ਲਈ ਆਪਣੀ ਭਾਸ਼ਾ ਇੰਗਲਿਸ਼ ਅਡੋਪਟ ਕੀਤੀ ਆ, ਬਾਕੀ ਦੇ GS ਦੇ ਪੇਪਰਾਂ ਲਈ, ਤਾਂ ਤੁਸੀਂ ਇਹਦੀ ਭਾਸ਼ਾ ਬਦਲ ਵੀ ਸਕਦੇ ਹੋ ਨਿਬੰਧ ਵਾਸਤੇ, ਐਸੇ ਵਾਸਤੇ। ਤਾਂ ਐਸੇ ਬੜੇ ਵਧੀਆ ਪੱਧਰ ਦੇ ਆਉਂਦੇ ਆ, ਤਾਂ ਇਹ 150 ਨੰਬਰ ਦਾ ਪੇਪਰ ਹੋਊਗਾ। ਇਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲ ਜਰਨਲ ਸਟੱਡੀਜ਼। ਇਸ ਤੋਂ ਬਾਅਦ ਥੱਲੜੇ 4 ਪੇਪਰ GK ਦੇ ਆ, ਜਰਨਲ ਸਟੱਡੀਜ਼ ਦੇ ਆ। ਪਹਿਲੇ ਪੇਪਰ ਦੇ ਵਿੱਚ ਹਿਸਟਰੀ, ਜੋਗਰਾਫੀ ਤੇ ਸੋਸ਼ੋਲੋਜੀ ਜਾਂ ਸੋਸਾਇਟੀ ਕਹਿ ਲਓ ਆਪਣੀ ਭਾਸ਼ਾ 'ਚ, ਆਫ PCS ਦੀ ਤਿਆਰੀ ਕਰਨ ਵਾਲਿਆਂ ਦੀ ਭਾਸ਼ਾ 'ਚ, ਤਿੰਨਾਂ ਸਬਜੈਕਟਾਂ 'ਚੋਂ ਮਿਲਾ ਕੇ 250 ਨੰਬਰ ਦਾ ਪੇਪਰ। ਫਿਰ ਦੂਜਾ ਆਊਗਾ ਕੌਨਸਟੀਟਿਊਸ਼ਨ, ਪੋਲਿਟੀ, ਗਵਰਨੈਂਸ ਤੇ ਅੰਤਰਰਾਸ਼ਟਰੀ ਸੰਬੰਧ। ਇਹਨਾਂ ਸਾਰਾ 4 ਸਬਜੈਕਟਾਂ 'ਚੋਂ ਮਿਲਾ ਕੇ 250 ਨੰਬਰ ਦਾ ਪੇਪਰ। ਤੀਸਰਾ ਪੇਪਰ ਇਕੋਨਮੀ, ਅੰਕ ਗਣਿਤ, ਸਟੈਟਿਸਟਿਕਸ ਤੇ ਸੁਰੱਖਿਆ ਨਾਲ ਸੰਬੰਧਿਤ ਮਸਲੇ, ਸਿਕਿਉਰਿਟੀ ਇਸ਼ੂਜ਼। ਇਹਨਾਂ ਨਾਲ ਸੰਬੰਧਿਤ ਇਕੋਨਮੀ 'ਚੋਂ ਸਵਾਲ ਆ ਜਾਣਗੇ ਕਿ ਬਈ ਭਾਰਤ ਦੀ ਇਕੋਨਮੀ GDP ਨਾਲ ਡੀਮੋਨੇਟਾਈਜੇਸ਼ਨ ਦੇ ਫਾਇਦੇ ਨੁਕਸਾਨ। ਸਿਕਿਉਰਿਟੀ 'ਚੋਂ ਕੰਪਰੀਹੈਂਸਿਵ ਬਾਰਡਰ ਮੈਨੇਜਮੈਂਟ ਸਿਸਟਮ ਕੀ ਆ, ਠੀਕ ਆ। ਭਾਰਤ ਵਾਸਤੇ ਅਲਕਾਇਦਾ ਤੇ ਹੋਰ ਇਹੋ ਜਿਹੇ ਜਿਹੜੇ ਸੰਗਠਨ ਨੇ ਉਹ ਕਿੰਨਾ ਕੁ ਤਗੜਾ ਥ੍ਰੈਟ ਆ। ਇੰਟਰਨਲ ਸਿਕਿਉਰਿਟੀ ਵਾਸਤੇ ਮਨੀਪੁਰ ਦੇ ਜਲਣ ਦੇ ਕੀ ਕਾਰਨ ਨੇ, ਕਿਉਂ ਮਨੀਪੁਰ ਜਲ ਰਿਹਾ ਹੈ, ਸੋ ਐਵੇਂ ਦੀਆਂ ਗੱਲਾਂ, ਠੀਕ ਆ। ਚੌਥਾ GS ਦਾ ਪੇਪਰ ਆਊਗਾ ਸਾਇੰਸ ਟੈਕਨੋਲੋਜੀ ਨਾਲ ਸੰਬੰਧਿਤ, ਇਨਵਾਇਰਨਮੈਂਟ ਨਾਲ ਤੇ ਐਥਿਕਸ ਤੇ ਡਿਸੀਜਨ ਮੇਕਿੰਗ, ਕਿ ਤੁਸੀਂ ਇੱਕ ਜ਼ਿਲ੍ਹੇ ਦੇ DCO, ਆਹ ਕੁਛ ਹੋਇਆ, ਤੁਸੀਂ ਦੱਸੋ ਕੀ ਕਰੋਗੇ। ਸਾਇੰਸ ਟੈਕ 'ਚ ਟਿਊਬਰਕਲੋਸਿਸ ਨਾਲ ਸੰਬੰਧਿਤ ਪਿਛਲੇ 1 ਸਾਲ 'ਚ ਭਾਰਤ ਸਰਕਾਰ ਦੀਆਂ ਉਪਲਬਧੀਆਂ ਤੇ ਜਾਂ WHO ਦੀਆਂ ਉਪਲਬਧੀਆਂ ਤੇ ਦਾ ਵਿਸ਼ਲੇਸ਼ਣ ਕਰੋ, ਠੀਕ ਆ, ਉਹਨਾਂ ਨੂੰ ਐਕਸਪਲੇਨ ਕਰੋ। ਇਨਵਾਇਰਨਮੈਂਟ ਨਾਲ ਸੰਬੰਧਿਤ ਕਿ ਦਿੱਲੀ ਦੇ ਉੱਪਰ ਇੱਕ ਧੂਏਂ ਦੀ ਚਾਦਰ ਵਿਛੀ ਹੋਈ ਆ, ਕਮੈਂਟ ਕਰੋ ਐਵੇਂ ਦੀਆਂ ਸਟੇਟਮੈਂਟਸ। ਸੋ ਕੁੱਲ ਮਿਲਾ ਕੇ 250 ਨੰਬਰ ਦਾ ਇਹ ਹੋ ਗਿਆ 1350 ਨੰਬਰ ਦਾ ਪੇਪਰ। ਇਹ 7 ਪੇਪਰ ਹੋਏ। ਤੁਸੀਂ ਕਿਹਾ ਸੀ ਸਰ, ਤੁਸੀਂ ਤਾਂ ਕਿਹਾ ਸੀ 7 + 1, ਨਹੀਂ 7 ਪੇਪਰ ਆ 1350 ਨੰਬਰ ਦੇ। ਇਹਨਾਂ 1350 ਨੰਬਰ ਦੇ ਵਿੱਚੋਂ ਜਿਹੜੇ ਬੰਦੇ ਵਧੀਆ ਨੰਬਰ ਲੈਣਗੇ ਤੇ ਜਿੰਨੀਆਂ ਪੋਸਟਾਂ ਨੇ ਉਹਨਾਂ ਦਾ 4 ਗੁਣਾ। 50 ਪੋਸਟਾਂ ਸੀ, 600 ਬੰਦੇ 12 ਗੁਣਾ ਨੇ ਪੇਪਰ ਦਿੱਤਾ, ਬਾਕੀ ਗਏ 8 ਗੁਣਾ ਗਏ, 4 ਗੁਣਾ ਰਹਿ ਗਏ। 50 ਗੁਣਾ 4, 200 ਬੰਦਿਆਂ ਨੂੰ ਕਹਿਣਗੇ ਕਿ ਆ ਜਾਓ ਜੀ ਤੁਹਾਡੀ ਇੰਟਰਵਿਊ ਆ। ਉਹਨਾਂ 200 ਬੰਦਿਆਂ ਦੀ ਇੰਟਰਵਿਊ ਹੋਊਗੀ 150 ਨੰਬਰ ਦੀ, ਤੇ ਉਹਨਾਂ ਦੇ 150 ਚੋਂ ਤੇ 1350 ਚੋਂ ਨੰਬਰ ਜੁੜ ਕੇ ਬਣ ਗਏ 1500। ਕਿੱਡਾ ਵੱਡਾ ਰੋਲ ਤੁਹਾਡੇ ਇਹਨਾਂ ਨੰਬਰਾਂ ਦਾ ਹੈ। ਤੇ 150 ਵਾਲੇ ਨੰਬਰ ਜੁੜ ਕੇ ਜਿਹੜੇ ਫਾਈਨਲ ਨੰਬਰ ਬਣਨਗੇ, ਇਹਨਾਂ ਚੋਂ ਤੁਹਾਡੀ ਮੈਰਿਟ ਬਣੂਗੀ। ਇਹ ਹੁੰਦਾ ਹੈ PCS। ਪ੍ਰੀਲਿਮਸ ਦੇ ਵਿੱਚ ਜਿਹੜੀ GS ਆਉਂਦੀ ਹੈ ਤੇ ਮੇਨਸ 'ਚ ਅੱਧਿਓਂ ਜ਼ਿਆਦਾ ਸੇਮ ਆ, 70-80%।
बस प्री तो बाद मेन्स ਦੇ ਵਿੱਚ ਇੱਕ ਫਰਕ ਪੈ ਜਾਂਦਾ ਕਿ ਲੈਵਲ ਉਨਾ ਹੀ ਰੱਖਣਾ ਪੈਂਦਾ ਪ੍ਰੀ ਜਿੰਨਾ ਹੀ ਮੇਨਸ 'ਚ। ਪੂਰਾ ਸੌਖਾ ਹੀ ਆ ਮੇਨਸ, ਪਰ ਇੱਕੋ ਚੀਜ਼ ਮੇਨਸ 'ਚ ਔਖੀ ਆ ਕਿ ਲਿਖਣਾ ਪੈਂਦਾ ਹੈ। ਪ੍ਰੀ ਔਖਾ ਹੁੰਦਾ ਹੈ, ਪ੍ਰੀ 'ਚ ਪਤਾ ਨਹੀਂ ਕਿੱਥੋਂ ਸਵਾਲ ਪਾ ਦੇਣ, ਮੇਨਸ 'ਚ ਆਮ ਬੰਦੇ ਨੂੰ ਪਤਾ ਲੱਗ ਹੀ ਜਾਂਦਾ ਇੰਨੀ ਤਿਆਰੀ ਕਰਕੇ ਯਾਰ ਸਵਾਲ ਤਾਂ ਐਵੇਂ ਦਾ ਹੀ ਆਊਗਾ, ਪਰ ਇਹ 'ਚ ਲਿਖੂੰਗਾ ਕਿ ਮੈਨੂੰ ਲਿਖਣਾ ਤਾਂ ਆਉਂਦਾ ਨਹੀਂ। ਸੋ ਪ੍ਰੀ ਆਪਣੇ ਪੱਧਰ 'ਤੇ ਔਖਾ ਹੈ, ਮੇਨਸ ਆਪਣੇ ਪੱਧਰ 'ਤੇ ਔਖਾ ਹੈ। ਠੀਕ ਆ, ਜਿਹੜੇ ਕਹਿੰਦੇ ਨਹੀਂ ਪ੍ਰੀ ਕੱਢ ਲਾਂਗੇ ਉਹਨਾਂ ਨੂੰ ਨੈਬ ਦਾ ਪੇਪਰ ਦਿਖਾ ਦਿਓ ਕਿ ਬਈ 30% ਲੈਣੇ ਵੀ ਔਖੇ ਹੋ ਜਾਣਗੇ ਜੇ ਆਹੀ ਹਾਲਾਤ ਰਹੇ ਬੱਚਿਆਂ ਦੇ। ਸੋ ਆਹ ਚੱਕੋ ਜੀ ਸਾਰੀ ਸਟੋਰੀ। ਹੁਣ ਮੈਂ ਸਿਲੇਬਸ ਪੰਜਾਬੀ ਦੇ ਸਿਲੇਬਸ 'ਚ ਅਣਡਿੱਠਾ ਪੈਰਾ, ਪ੍ਰੈਸੀ, ਚਿੱਠੀ ਪੱਤਰ, ਲੇਖ ਲਿਖਣਾ ਹੈ, ਟਰਾਂਸਲੇਸ਼ਨ, ਤੇ ਫਿਰ ਉਸ ਤੋਂ ਬਾਅਦ ਗ੍ਰਾਮਰ ਆਊਗੀ। ਆ ਤੁਹਾਨੂੰ ਪੇਪਰ ਵੀ ਦੱਸ ਦਿੰਦਾ। ਕਹਿੰਦਾ ਅਖਾਣ ਸੀ ਅੰਨਿਆਂ 'ਚ ਕਾਣਾ ਰਾਜਾ, ਇੱਕ ਪੰਥ ਦੋ ਕਾਜ, ਮੁਹਾਵਰੇ ਸੀ ਬਲਦੀ ਉੱਤੇ ਤੇਲ ਪਾਉਣਾ, ਹੱਥ ਉੱਤੇ ਸਰੋਂ ਜਮਾਉਣਾ। ਸ਼ੁੱਧ ਕਰਕੇ ਗ੍ਰਸਤ ਵਿਸ਼ਲੇਸ਼ਣ, ਮੇਹਰ ਨੂੰ ਸਹੀ ਕਰਕੇ ਲਿਖਣਾ ਹੈ, ਤੇ ਸ਼ੀਨਾ ਸੁੰਦਰ ਹੋਣ ਦੇ ਨਾਲ ਨਾਲ ਹੁਸ਼ਿਆਰਾ, ਸਧਾਰਨ ਵਾਕ ਤੋਂ ਸੰਯੁਕਤ ਬਣਾਓ, ਐਵੇਂ ਦੀਆਂ ਗੱਲਾਂ। ਵਚਨ ਬਦਲੋ, ਬੱਚੇ ਪੜ੍ਹ ਰਹੇ ਹਨ, ਵਚਨ ਬਦਲੋ, ਵਿਸ਼ਰਾਮ ਚਿੰਨ੍ਹ ਲਾਓ। ਦੱਸਤਾ ਪੱਧਰ ਪਤਾ ਲੱਗ ਗਿਆ ਕਿ ਕੀ ਆ। ਦੂਜਾ ਪੇਪਰ ਇੰਗਲਿਸ਼ ਦਾ ਹੈ, ਸੇਮ ਉਵੇਂ ਦਾ ਪੰਜਾਬੀ ਉਵੇਂ ਦੀ ਇੰਗਲਿਸ਼। ਤੀਜਾ ਪੇਪਰ ਐਸੇ ਦਾ ਹੈ। ਉਦਾਹਰਨ ਦੇ ਤੌਰ 'ਤੇ ਆ ਦੇਖੋ, ਸਟੈਂਡਰਡ ਆਫ ਡਿਸੈਂਟ ਇਨ ਇੰਡੀਅਨ ਇਲੈਕਸ਼ਨਰੀਇੰਗ, ਹਾਊ ਲੋ ਇਜ਼ ਟੂ ਲੋ, ਇਹੋ ਜਿਹਾ। ਮਾਸ ਮੀਡੀਆ ਵਰਸਿਸ ਸੋਸ਼ਲ ਮੀਡੀਆ, ਇਹਦੇ 'ਤੇ। ਗਲੋਬਲ ਕਰੰਸੀ ਵਾਰ ਐਂਡ ਦੇਅਰ ਇੰਪਲੀਕੇਸ਼ਨਸ ਫॉर ਇੰਡੀਆ, ਇਹਦੇ 'ਤੇ। ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਇਟਸ ਇੰਪੈਕਟ ਔਨ ਆਵਰ ਵਰਲਡ। ਠੀਕ ਆ। ਸੋ ਇਸ ਤਰੀਕੇ ਦਾ ਸਵਾਲ ਜਿਹੜੇ ਆ ਉਹ ਤੁਹਾਨੂੰ ਇੰਗਲਿਸ਼ ਤੇ ਪੰਜਾਬੀ ਦੋਵਾਂ ਭਾਸ਼ਾ 'ਚ ਆਉਣਗੇ। ਵਾਟਰ ਕ੍ਰਾਈਸਿਸ ਐਂਡ ਰਾਈਪੇਰੀਅਨ ਲਾਜ਼। ਜੇ ਮੈਂ ਅਗਲੇ ਪੇਪਰ ਦੀ ਇੱਥੋਂ ਸ਼ੁਰੂ ਹੋ ਜਾਂਦੇ ਆ। ਇਹ ਪਹਿਲਾ ਪੇਪਰ ਪੰਜਾਬੀ ਦਾ 100 ਦਾ, ਦੂਜਾ ਇੰਗਲਿਸ਼ ਦਾ 100 ਦਾ, ਤੀਜਾ ਪੇਪਰ ਸੀਗਾ ਆਪਣਾ 150 ਦਾ। ਆਹ ਅਗਲੇ ਸਾਰੇ 250 ਦੇ ਆ। ਜਰਨਲ ਸਟੱਡੀਜ਼ ਦਾ ਪੇਪਰ, ਜਿਹਦੇ 'ਚ ਹਿਸਟਰੀ, ਜੋਗਰਾਫੀ ਤੇ ਸੁਸਾਇਟੀ ਨਾਲ ਸੰਬੰਧਿਤ ਸਿਲੇਬਸ ਉਹੀ ਆ ਜੋ ਪ੍ਰੀ ਦਾ ਹੈ। ਸਵਾਲ ਕਿਵੇਂ ਦੇ ਆਉਣਗੇ ਆਹ ਦੇਖੋ। ਉਦਯੋਗਿਕ ਕ੍ਰਾਂਤੀ ਇੱਕ ਮਿਸ਼ਰਤ ਵਰਦਾਨ ਸੀ, ਜਾਣੀ ਕਿ ਉਦਯੋਗਿਕ ਕ੍ਰਾਂਤੀ ਜੋ ਵਰਲਡ ਹਿਸਟਰੀ 'ਚ ਆਉਂਦੀ ਆ ਉਹਦੇ ਫਾਇਦੇ ਵੀ ਸੀ, ਨੁਕਸਾਨ ਵੀ ਸੀ, ਐਕਸਪਲੇਨ ਕਰੋ ਬਸ। ਠੀਕ ਆ। ਸੰਗਮ ਏਜ ਵਾਜ਼ ਗੋਲਡਨ ਏਜ ਇਨ ਹਿਸਟਰੀ ਆਫ ਤਾਮਿਲਨਾਡੂ, ਮਤਲਬ ਕਿ ਤਾਮਿਲਨਾਡੂ ਦੇ ਇਤਿਹਾਸ ਦੇ ਵਿੱਚ ਸੰਗਮ ਕਾਲ ਇੱਕ ਸਵਰਨ ਯੁੱਗ ਸੀ। ਦੱਸੋ ਕਿਵੇਂ, ਐਕਸਪਲੇਨ ਕਰੋ। ਕਹਿੰਦੇ ਗਦਰ ਪਾਰਟੀ ਦੇ ਤੇ ਮੁੱਖ ਤੌਰ 'ਤੇ ਊਧਮ ਸਿੰਘ ਦੇ ਸੰਦਰਭ ਦੇ ਵਿੱਚ ਇਹਨਾਂ ਦਾ ਆਜ਼ਾਦੀ ਦੀ ਲੜਾਈ 'ਚ ਯੋਗਦਾਨ ਦੱਸੋ। ਆਹ ਦੇਖੋ ਤੁਹਾਡੇ ਸਾਹਮਣੇ ਹੀ ਆ। ਨਹਿਰੂ ਜੀ ਚੀਫ ਆਰਕੀਟੈਕਟ ਸੀ ਆਧੁਨਿਕ ਭਾਰਤ ਦੇ, ਮਤਲਬ ਆਧੁਨਿਕ ਭਾਰਤ ਦੇ ਇੱਕ ਨਿਰਮਾਤਾ ਦੇ ਤੌਰ 'ਤੇ ਜਾਣਿਆ ਜਾਂਦਾ ਨਹਿਰੂ ਨੂੰ। ਇਹਦੇ 'ਤੇ ਕਮੈਂਟ ਕਰੋ, ਐਕਸਪਲੇਨ ਕਰੋ ਕਹਿੰਦੇ ਸਾਨੂੰ ਇਸ ਗੱਲ 'ਤੇ। ਰਣਜੀਤ ਸਿੰਘ ਤੇ ਉਭਾਰ ਤੇ ਪਤਨ ਦਾ ਬਾਰੇ ਦਾ ਵਰਣਨ ਕਰੋ। ਕਹਾਣੀ ਕਲੀਅਰ ਆ। ਸਵਾਲ ਕਿੱਡੇ ਸੌਖੇ ਆ, ਪਰ ਲਿਖੂਗਾ ਕੌਣ? ਜਿਹਨੂੰ ਅੰਦਰ ਦੀ ਸਮਝ ਆ। ਇਹੀ ਕਹਾਣੀ ਆ, ਇਹੀ ਰਾਈਟਿੰਗ ਸਕਿੱਲਸ ਆ ਜਿਹੜੀਆਂ ਕਈ ਵਾਰੀ ਪੰਜਾਬੀ ਮੀਡੀਅਮ ਵਾਲਿਆਂ ਨੂੰ ਤਾਂ ਨਹੀਂ ਆਉਂਦੀਆਂ ਕਿਉਂਕਿ ਵਕੈਬਲਰੀ ਮਾਰ ਜਾਂਦੀ ਆ। ਤੇ ਪੇਪਰ ਚੈੱਕ ਕਰਨ ਵਾਲਾ ਕਹਿੰਦਾ ਜੇ ਅੰਗਰੇਜ਼ੀ ਵਿੱਚ ਲਿਖਣੀ ਸੀ ਫਿਰ ਮੈਂ ਕਿਉਂ ਚੈੱਕ ਕਰਾਂ। ਠੀਕ ਆ। ਜਿਹੜੇ ਸ਼ਬਦਾਂ ਦਾ ਪੰਜਾਬੀ ਅਨੁਵਾਦ ਨਹੀਂਗਾ ਨਾ ਲਿਖੋ, ਪਰ ਜਿਹੜਿਆਂ ਦਾ ਹੈਗਾ ਜੇ ਉਹਨਾਂ ਦਾ ਨਹੀਂ ਲਿਖੋਗੇ ਤਾਂ ਤੁਹਾਡਾ ਹੀ ਜਲੂਸ ਨਿਕਲੂਗਾ। ਖੈਰ ਆ ਜਾਓ। ਫਿਰ ਜੋਗਰਾਫੀ ਨਾਲ ਸੰਬੰਧਿਤ ਵੀ ਐਵੇਂ ਦੇ ਸਵਾਲ ਆ। ਗਰਾਊਂਡ ਵਾਟਰ ਕ੍ਰਾਈਸਿਸ ਕੀ ਹੁੰਦਾ। ਠੀਕ ਆ। ਤੇ ਪੈਨਸੂਲਰ ਇੰਡੀਆ, ਪ੍ਰਾਦੀਪੀਆ, ਭਾਰਤ ਦੇ ਨਾਲ ਦਾ ਜਿਹੜਾ ਭੂਗੋਲਿਕ ਤੰਤਰ ਆ ਉਹਦੇ ਨਾਲ ਸੰਬੰਧਿਤ। ਜਲ ਤੰਤਰ ਕੀ ਆ। ਸਮਾਜ ਦਾ ਜੋ ਸਵਾਲ ਆ। ਪੇਂਡੂ ਸ਼ਹਿਰੀ ਜਨਸੰਖਿਆ ਦੇ ਬਦਲਦੇ ਪੈਟਰਨਾਂ ਦਾ ਵਰਣਨ ਕਰੋ। ਠੀਕ ਆ। ਸੋ ਐਵੇਂ ਦੇ ਸਵਾਲ। ਜਰਨਲ ਸਟੱਡੀਜ਼ ਪੇਪਰ 3 ਜਿਹੜਾ ਹੈ ਉਹਦੇ 'ਚ ਆ ਜਾਂਦਾ ਹੈ ਆਪਣਾ ਨਿਆਇਕ ਸਰਗਰਮੀ ਦਾ ਅਰਥ ਸਮਝਾਓ, ਜੁਡੀਸ਼ੀਅਲ ਐਕਟਿਵਿਜ਼ਮ, ਕਿ ਅੱਜ ਕੱਲ੍ਹ ਕੋਰਟਾਂ ਅਦਾਲਤਾਂ ਜਿਹੜੀਆਂ ਨੇ ਵਧੇਰੇ ਇੰਟਰਸਟ ਲੈ ਕੇ ਸਰਕਾਰ ਦੇ ਮਾਮਲਿਆਂ 'ਚ ਦਖਲ ਅੰਦਾਜ਼ੀ ਕਰ ਰਹੀਆਂ ਹੈ। ਚੰਗੀ ਗੱਲ ਆ ਕਿ ਮਾੜੀ ਗੱਲ ਆ। ਸੋ ਐਵੇਂ ਦੀ ਗੱਲ ਦੱਸੋ। ਬਹੁਤ ਇੰਪੋਰਟੈਂਟ ਆ ਇਹ ਚੀਜ਼ਾਂ। ਲੋਕ ਸਭਾ ਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਜਿਹੜੀਆਂ ਹੈ ਕਿ ਉਹ ਇਕੱਠੀਆਂ ਪੈ ਜਾਣੀਆਂ ਚਾਹੀਦੀਆਂ ਕਿ ਵਾਰ-ਵਾਰ ਸਾਨੂੰ ਵੋਟਾਂ ਦੇ ਚੱਕਰ 'ਚੋਂ ਬਾਹਰ ਕੱਢਿਆ ਜਾਵੇ। ਇਹਦੇ ਫਾਇਦੇ ਵੀ ਦੱਸੋ। ਤੁਸੀਂ ਕਹੋ ਕਿ ਇਹਦੇ ਫਾਇਦੇ ਹੀ ਆ, ਨੁਕਸਾਨ ਕੀ ਨੇ? ਜਿਹੜਾ ਬੰਦਾ ਚੰਗੀ ਤਰ੍ਹਾਂ ਐਡੀਟੋਰੀਅਲ ਸੁਣੂਗਾ ਸਾਡੇ ਜਾਂ ਕਿਸੇ ਦੇ ਵੀ ਸੁਣੂਗਾ ਉਹੀ ਦੱਸ ਸਕਦਾ ਕਿ ਇਹਦੇ ਫਾਇਦਿਆਂ ਤੋਂ ਵੱਧ ਇਹਦੇ ਨੁਕਸਾਨ ਵੀ ਆ। ਲੋਕਤੰਤਰ ਨੂੰ ਇਹਦਾ ਖਤਰਾ ਕੀ ਹੈ, ਡੈਮੋਕ੍ਰੇਸੀ ਵਾਸਤੇ ਕਿਵੇਂ ਇਹ ਥ੍ਰੈਟ ਆ। ਐਵੇਂ ਦੇ ਸਵਾਲ। ਪਾਰਦਰਸ਼ਤਾ ਤੇ ਜਵਾਬਦੇਹੀ, ਟਰਾਂਸਪੇਰੈਂਸੀ ਐਂਡ ਅਕਾਊਂਟੇਬਿਲਿਟੀ, ਇਹ ਕੁੰਜੀ ਨੇ ਕਿਹਦੀ? ਚੰਗੇ ਗਵਰਨੈਂਸ, ਜਿਹਨੂੰ ਆਪਾਂ ਕਹਿੰਦੇ ਆ ਸੁਸ਼ਾਸਨ। ਇਹ ਸੁਸ਼ਾਸਨ ਦੀ ਕੁੰਜੀ ਨੇ। ਕਿਉਂ ਇਹ ਸੁਸ਼ਾਸਨ ਦੀ ਕੁੰਜੀ ਨੇ? ਦੇਖੋ ਜਦੋਂ PCS ਨੇ ਬਣਾਇਆ ਤਾਂ ਉਹਨਾਂ ਨੇ ਚੰਗੇ ਸ਼ਾਸਨ ਦਾ ਸ਼ਬਦ ਵਰਤਿਆ, ਪਰ ਮੈਨੂੰ ਪਤਾ ਕਿ ਟਿਪੀਕਲ ਵਧੀਆ ਸ਼ਬਦ ਸੁਸ਼ਾਸਨ ਵੀ ਹੈਗਾ। ਤੁਸੀਂ ਉਹ ਵਰਤੋ, ਜੋ ਮਰਜ਼ੀ ਲਿਖੋ, ਕੋਈ ਪ੍ਰੋਬਲਮ ਨਹੀਂ। ਸੋ ਇਹ ਦੱਸਣਾ ਸੀ ਆਪਾਂ। ਸੋ ਐਵੇਂ ਹੀ ਸਾਰੇ GS ਪੇਪਰ ਮੈਂ ਸਿਲੇਬਸ ਵੀ ਐਕਸਪਲੇਨ ਕੀਤਾ ਹੈ। GS1, GS2, GS3 ਤੇ GS4 ਤੇ ਪੁਰਾਣੇ ਪੇਪਰ ਜਿਹੜੇ ਆ ਉਹਨਾਂ ਦਾ ਵੀ ਵਿੱਚ ਹੀ ਉਦਾਹਰਨ ਲਈ ਆ ਕਿ ਸਵਾਲ ਕਿਵੇਂ ਦੇ ਆਏ ਆ, ਤਾਂ ਕਿ ਤੁਹਾਨੂੰ ਇਕੱਲਾ ਸਿਲੇਬਸ ਨਾ ਮਿਲੇ ਇੱਥੋਂ, ਤੁਹਾਨੂੰ ਸਿਲੇਬਸ 'ਚੋਂ ਕਿਵੇਂ ਦੇ ਸਵਾਲ ਫਰੇਮ ਆਏ ਹੋਏ ਆ ਇੰਗਲਿਸ਼ ਮੀਡੀਅਮ 'ਚ ਵੀ ਤੇ ਪੰਜਾਬੀ ਮੀਡੀਅਮ 'ਚ ਵੀ। ਸੋ ਇੱਕ ਚੰਗੀ ਤਿਆਰੀ ਕਰਨ ਵਾਸਤੇ ਤੁਸੀਂ PCS ਪ੍ਰੀ ਦੀ ਵੀ ਇਕੱਲੀ ਤਿਆਰੀ ਕਰਨਾ ਚਾਹੁੰਦੇ ਹੋ, ਪ੍ਰੀ ਕਮ ਮੇਨਸ ਦੀ ਤਿਆਰੀ ਕਰਨਾ ਚਾਹੁੰਦੇ ਹੋ, ਅਸੀਂ ਆਪਣੇ ਇਸ ਸਿਲੇਬਸ ਨੂੰ ਐਵੇਂ ਪੈਟਰਨ ਕੀਤਾ ਹੈ
ਕਿ ਦੋਵੇਂ ਤਰੀਕਿਆਂ 'ਚ ਤੁਹਾਡੀ ਤਿਆਰੀ ਜਿਹੜੀ ਆ ਉਹਦੇ 'ਚ ਬਿਲਕੁਲ ਵੀ ਸ਼ਰਮਿੰਦਗੀ ਨਾ ਆਵੇ, ਵਧੀਆ ਪੱਧਰ ਤੇ ਅਸੀਂ ਉਹ ਤਿਆਰੀ ਕਰਵਾਈਏ। ਤੁਸੀਂ ਵੱਧ ਤੋਂ ਵੱਧ ਸਾਨੂੰ ਸਪੋਰਟ ਕਰੋ। ਜੇ ਤੁਹਾਨੂੰ ਲੱਗਦਾ ਹੈ ਕਿ ਇਸ ਵੀਡੀਓ ਦੇ ਵਿੱਚ ਸਿਰਫ ਐਡਵਰਟਾਈਜ਼ਮੈਂਟ ਤੋਂ ਬਿਨਾਂ ਇਹ ਵੀ ਦੱਸਿਆ ਗਿਆ ਹੈ ਕਿ GS1 GS2 GS3 GS4 ਦਾ ਪੇਪਰ ਕੀ ਆ, ਇਕੋਨਮੀ 'ਚੋਂ ਕਿਵੇਂ ਦੇ ਸਵਾਲ ਆ ਜਾਂਦੇ ਆ, ਕੇਂਦਰ ਤੇ ਸੂਬਿਆਂ ਦੇ ਵਿੱਚ ਜਿਹੜੇ ਵਿੱਤੀ ਸੰਬੰਧ ਨੇ 14ਵੇਂ ਫਾਈਨਾਂਸ ਵਿੱਤ ਕਮਿਸ਼ਨ ਦੇ ਦੀਆਂ ਸਿਫਾਰਿਸ਼ਾਂ ਦੇ ਆਧਾਰ ਤੇ ਉਹਦੀ ਆਲੋਚਨਾਤਮਕ ਵਿਆਖਿਆ ਕਰੋ। ਇਟ ਮੀਨਸ ਕਿ ਸਾਫ਼ ਸਮਝ ਆ ਰਿਹਾ ਕਿ ਨੋਟਬੰਦੀ ਦੇ ਤੋਂ ਪਹਿਲਾਂ ਦੇ ਸ਼ਾਸਨ ਦੀ ਤੁਲਨਾ 'ਚ ਮੌਜੂਦਾ ਜਿਹੜੀ ਸਾਡੀ ਫਿਸਕਲ ਪਾਲਿਸੀ ਆ ਜਾਂ ਵਿੱਤੀ ਪ੍ਰਣਾਲੀ ਆ, ਉਹਦੇ 'ਚ ਭਾਰਤ ਦੇ ਬੈਂਕ ਜਿਹੜੇ ਆ ਉਹਨਾਂ ਦੀਆਂ ਜੋ ਮਤਲਬ ਪਾਲਿਸੀਜ਼ ਰਹੀਆਂ ਨੇ ਉਹਨੂੰ ਡਿਸਕਸ ਕਰੋ। ਕਿਸ ਤਰੀਕੇ ਨਾਲ ਇਕੋਨਮੀ 'ਚੋਂ ਸਵਾਲ ਪੁੱਛੇ ਜਾ ਰਹੇ ਆ। ਫਿਰ ਇੱਕ ਸਵਾਲ ਵਿੱਚ ਪੱਕਾ GS3 ਦੇ ਵਿੱਚ ਆਪਣਾ GS ਪੇਪਰ 3 ਦੇ ਵਿੱਚ ਮੈਥਸ ਦਾ ਹੋਣਾ ਹੀ ਹੁੰਦਾ। ਅਗਲਿਆਂ ਨੇ ਅਮਰੀਕਾ ਦੀਆਂ 50 ਸਟੇਟਾਂ ਦੀ GDP ਦੇ ਕੇ ਕਹਿੰਦੇ ਇਹਦੀ ਐਵਰੇਜ ਕੱਢ ਦਿਓ। ਪਤਾ ਕਿ ਸਭ ਨੂੰ ਜੋੜ ਕੇ ਨੰਬਰ ਆਫ ਸਟੇਟਸ 50 ਨਾਲ ਡਿਵਾਈਡ ਕਰਨਾ ਹੈ, ਪਰ ਜੋੜੂਗਾ ਕੌਣ? ਜਿਹੜਾ ਇਹ ਜੋੜੂਗਾ ਉਹਦਾ ਆਹ ਸਵਾਲ ਹੋ ਜੂ, ਬਾਕੀ ਪੇਪਰ ਰਹਿ ਜੂ, ਕਿਉਂਕਿ ਲਿਖਣ ਵਾਸਤੇ ਉਨਾ ਹੀ ਸਮਾਂ ਮਿਲਦਾ ਹੈ। ਸੇਮ ਐਵੇਂ ਜੁਡੀਸ਼ੀਅਲ ਪੇਪਰ 4 ਦੇ ਵਿੱਚ ਸਾਫ਼ ਆਉਂਦਾ ਹੈ ਕਿ ਡਿਸੀਜ਼ਨ ਮੇਕਿੰਗ ਆ। ਦੇਖੋ GS ਪੇਪਰ 4 'ਚ ਸਾਇੰਸ ਟੈਕ ਆ, ਕਹਿੰਦਾ ਮੈਡੀਕਲ ਵਿਗਿਆਨ ਵਿੱਚ ਰੋਬੋਟਿਕਸ ਦੀ ਭੂਮਿਕਾ ਦੱਸੋ, ਸਾਈਬ੍ਰਿਡ ਕੀ ਹਨ ਤੇ ਹਾਈਬ੍ਰਿਡਸ ਤੋਂ ਕਿਵੇਂ ਵੱਖਰੇ ਹਨ। ਇਹ ਜਿਨ੍ਹਾਂ ਨੇ ਸਾਇੰਸ ਟੈਕ ਪੜ੍ਹੀ ਉਹੀ ਦੱਸ ਸਕਦੇ ਆ। ਇੰਡੀਅਨ ਰਿਮੋਟ ਸੈਂਸਿੰਗ ਸਿਸਟਮ ਨੈਵਿਕ ਜਿਹੜਾ ਹੈ ਉਹਦੇ ਬਾਰੇ ਦੱਸੋ ਕੀ ਆ, ਠੀਕ ਆ। ਨੈਕਸਟ ਉਸ ਤੋਂ ਬਾਅਦ ਦਿੱਲੀ ਬਲੈਂਕਡ ਇਨ ਟੌਕਸਿਕ ਹੇਜ਼ ਹੈਜ਼ ਬਿਕਮ ਏ ਗੈਸ ਚੈਂਬਰ, ਮਤਲਬ ਹੈ ਕਿ ਜ਼ਹਿਰੀਲੇ ਧੁੰਦ ਵਿੱਚ ਜਿਹੜੀ ਢਿੱਲੀ ਦਿੱਲੀ ਗੈਸ ਚੈਂਬਰ ਬਣ ਗਈ ਹੈ। ਸੋ ਇਹ ਕਿਉਂ ਆ ਤੇ ਦਿੱਲੀ ਦੇ ਉੱਪਰ ਹੀ ਇਸ ਤਰੀਕੇ ਦੀ ਧੁੰਦ ਦੀ ਪ੍ਰਦੂਸ਼ਣ ਦੇ ਧੁੰਦ ਦੀ ਚਾਦਰ ਕਿਉਂ ਵਿਛ ਜਾਂਦੀ ਆ, ਉਹਦੇ ਟੈਕਨੀਕਲ ਕਾਰਨ ਡਿਸਕਸ ਕਰਨੇ ਸੀ। ਸੋ ਇਸ ਤਰੀਕੇ ਦੇ ਸਵਾਲ ਜਿਹੜੇ ਆ ਉਹ ਤੁਹਾਨੂੰ ਪੇਪਰ 'ਚ ਆਉਣਗੇ। ਤੇ ਆਹ ਦੇਖੋ ਫਿਰ ਅੱਗੇ ਇੱਕ ਸਿਚੁਏਸ਼ਨ ਵਾਲਾ ਸਵਾਲ ਵੀ GS4 'ਚ ਆਊਗਾ। ਪੂਰੀ ਸਥਿਤੀ ਦੇਤੀ ਕਿ ਜੇ ਤੁਸੀਂ ਉੱਥੇ ਐਵੇਂ ਹੋਵੋ, ਇੰਜੀਨੀਅਰ ਹੋਵੋ ਜਾਂ ਕੁਛ ਵੀ ਹੋਵੋ, ਤੁਸੀਂ ਉਸ ਸਥਿਤੀ 'ਚ ਕੀ ਕਰੋਗੇ। ਸੋ ਇਹ ਤੁਹਾਨੂੰ ਸਾਰਾ ਦੱਸਦਾ ਕਿ 1350 ਨੰਬਰ 'ਚੋਂ ਜਿਹਦੇ ਉੱਪਰਲੇ 4 ਗੁਣਾ 'ਚ ਨੰਬਰ ਆਉਣਗੇ ਉਹਨਾਂ ਦੀ 150 ਦੀ ਇੰਟਰਵਿਊ ਤੇ 150 ਵਾਲੇ ਨੰਬਰ ਪਲੱਸ 1350 ਵਾਲੇ ਨੰਬਰ 1500 ਦੇ ਵਿੱਚੋਂ ਰਿਜ਼ਲਟ ਤਿਆਰ ਹੁੰਦਾ, ਨਾ ਕਿ ਇਕੱਲੇ ਇੰਟਰਵਿਊ ਵਾਲਿਆਂ ਦਾ। ਕਈ ਕਹਿ ਦਿੰਦੇ ਆ ਨਾ ਕਿ ਇੰਟਰਵਿਊ 'ਚ ਸਾਡੇ ਸਿਫਾਰਿਸ਼ ਚੱਲ ਗਈ ਉਹ ਲੱਗ ਗਿਆ। ਇੰਟਰਵਿਊ ਦੇ ਨੰਬਰ 1500 ਦੇ ਵਿੱਚੋਂ ਸਿਰਫ ਤੇ ਸਿਰਫ 10% ਰੋਲ ਅਦਾ ਕਰਦੇ ਆ, ਸਿਰਫ 10%। 90% ਰੋਲ ਮੇਨਸ ਦਾ ਹੁੰਦਾ ਹੈ। ਦੇਖ ਲਓ 150 ਇਜ਼ 10% ਆਫ 1500, ਵੈਰੀ ਈਜ਼ੀ। ਸੋ ਆਹ ਹੈ PCS ਪ੍ਰੀ ਕਮ ਮੇਨਸ ਦੀ ਪੂਰੀ ਤਿਆਰੀ ਤੇ ਉਹਦਾ ਸਿਲੇਬਸ, ਤੇ ਜੋ ਅਸੀਂ ਕਰਨ ਜਾ ਰਹੇ ਹਾਂ ਉਹ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਚੰਗੀ ਲੱਗੀ ਹੋਊਗੀ, ਠੀਕ ਆ। ਤੇ ਤੁਸੀਂ ਵੱਧ ਤੋਂ ਵੱਧ ਆਪਣੇ ਨਾਲਦਿਆਂ ਨੂੰ ਜਾਗਰੂਕ ਕਰੋ ਕਿ PCS ਦੀ ਤਿਆਰੀ ਕਿਵੇਂ ਕਰੀਦੀ ਆ, ਕੀ ਸਿਲੇਬਸ ਹੋਣਾ ਚਾਹੀਦਾ ਹੈ। ਧੰਨਵਾਦ।